महला पहला। कुदरत दिसै कुदरत सुनिए, कुदरत भौ सुख सार। कुदरत पाताली आकाशी, कुदरत सर्ब आकार। कुदरत वेद पुराण कतेबां, कुदरत सर्ब विचार। कुदरत खाना पीना पहनण, कुदरत सर्ब प्यार। कुदरत जाति जिनसी रंगी, कुदरत जी जहान। कुदरत नेकियां कुदरत बदियां, कुदरत मान अभिमान। कुदरत पौण पानी बै संतर, कुदरत धरती खाक। सब तेरी कुदरत तू कादर करता, पाकी नाई पाक। नानक हुक्म अंदर वेखै, वरतै ताको ताक। वाहिगुरू जी का खालसा, वाहिगुरू जी की फतेह। गुरु प्यारी साध संगत जी, सिख धर्म ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਰਾਗ ਆਸਾ ਦੇ ਵਿੱਚ ਉਚਾਰਨ ਕੀਤੀ ਹੋਈ ਵਾਰ, ਜਿਸ ਦੀ ਆਪਾਂ ਲੜੀਵਾਰ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਲੜੀਵਾਰ ਵਿਚਾਰ ਆਪਾਂ ਬੜੇ ਪਿਆਰ ਨਾਲ ਸਰਵਣ ਕਰਦੇ ਆ ਰਹੇ ਹਾਂ। ਅੱਜ ਆਪਾਂ 3 ਨੰਬਰ ਪੌੜੀ ਦੇ ਨਾਲ ਜੋ 2 ਸ਼ਲੋਕ ਆਏ ਨੇ, ਉਹਨਾਂ ਸ਼ਲੋਕਾਂ ਵਿੱਚੋਂ ਅੱਜ ਆਪਾਂ ਦੂਜੇ ਸ਼ਲੋਕ ਦਾ ਪਾਠ ਤੁਹਾਡੇ ਨਾਲ ਬੜੇ ਪਿਆਰ ਨਾਲ ਸਾਂਝਾ ਕੀਤਾ ਹੈ, ਜਿਸ ਪਾਠ ਨੂੰ ਆਪਾਂ ਬੜੇ ਪਿਆਰ ਨਾਲ ਸੁਣਿਆ। ਆਓ ਇਸ ਪਾਵਨ ਸ਼ਲੋਕ ਦੀ ਵਿਚਾਰ ਤੁਹਾਡੇ ਨਾਲ ਆਪਾਂ ਰਲ ਮਿਲ ਕੇ ਸਾਂਝੀ ਕਰਨੀ ਹੈ। ਗੁਰਦੇਵ ਪਿਤਾ ਮਹਾਰਾਜ ਇਸ ਸ਼ਲੋਕ ਵਿੱਚ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਜਿਵੇਂ ਕਿ ਆਪਾਂ ਸ਼ਲੋਕ ਦੀ ਵਿਚਾਰ ਜਦੋਂ ਆਰੰਭ ਕਰਦੇ ਹਾਂ ਤੇ ਆਪਾਂ ਅਖੀਰਲੀਆਂ ਤੁਕਾਂ ਨਾਲ ਵਿਚਾਰ ਸਾਂਝੀ ਕਰਨ ਦਾ ਆਪਾਂ ਯਤਨ ਕਰਦੇ ਹਾਂ ਵੀ ਅਖੀਰਲੀਆਂ ਤੁਕਾਂ ਵਿੱਚ ਗੁਰਦੇਵ ਪਿਤਾ ਮਹਾਰਾਜ ਜੀ ਨੇ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਸ਼ਲੋਕਾਂ ਨੂੰ ਆਪਾਂ ਨਾਲ ਪੌੜੀ ਦੇ ਜੋੜ ਕੇ ਵੇਖਣਾ ਹੈ ਕਿ ਜੋ ਵਿਸ਼ਾ ਪੌੜੀ ਵਿੱਚ ਹੈ ਉਹ ਵਿਸ਼ਾ ਇਹਨਾਂ ਸ਼ਲੋਕਾਂ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਸ਼ਲੋਕ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸਭ ਤੇਰੀ ਕੁਦਰਤ, ਹੇ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਇਹ ਸਭ ਕੁਦਰਤ ਤੁਹਾਡੀ ਆਪਣੀ ਸਾਜੀ ਹੋਈ ਹੈ। ਤੂੰ ਕਾਦਰ ਕਰਤਾ, ਤੁਸੀਂ ਇਸ ਕਾਇਨਾਤ ਨੂੰ ਬਣਾਉਣ ਵਾਲੇ ਜੇ। ਪਾਕੀ ਨਾਈ ਪਾਕ, ਪਾਕੀ ਦਾ ਅਰਥ ਹੈ ਪਵਿੱਤਰ, ਨਾਈ ਦਾ ਅਰਥ ਹੈ ਵਡਿਆਈ। ਪਾਕੀ ਨਾਈ ਪਾਕ, ਤੁਹਾਡੀ ਵਡਿਆਈ ਜਿਹੜੀ ਹੈ ਪਵਿੱਤਰ ਤੋਂ ਪਵਿੱਤਰ ਹੈ, ਉੱਚੀ ਤੋਂ ਉੱਚੀ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ, ਨਾਨਕ ਹੁਕਮੇ ਅੰਦਰ ਵੇਖੈ। ਹੇ ਨਾਨਕ, ਉਹ ਮਾਲਕ ਅਕਾਲ ਪੁਰਖ ਸਮੁੱਚੀ ਕਾਇਨਾਤ ਨੂੰ ਆਪਣੇ ਹੁਕਮ ਵਿੱਚ ਵੇਖ ਰਿਹਾ ਹੈ, ਸੰਭਾਲ ਕਰ ਰਿਹਾ ਹੈ। ਵਰਤੈ ਤਾਕੋ ਤਾਕ, ਵਰਤੈ ਤਾਕੋ ਤਾਕ ਦਾ ਅਰਥ ਹੈ ਕਿ ਉਹ ਇਕੱਲਾ ਆਪ ਹੀ ਹਰ ਥਾਂ 'ਤੇ ਵਰਤ ਰਿਹਾ ਹੈ। ਕਿੰਨੀ ਪਿਆਰੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਸ਼ਲੋਕ ਵਿੱਚ ਸਾਨੂੰ ਸਮਝਾਈ ਹੈ ਵੀ ਜਿੰਨਾ ਵੀ ਉਪਦੇਸ਼ ਹੈ ਸਾਡੇ ਮਨ ਵਾਸਤੇ ਹੈ, ਕਿ ਇਸ ਮਨ ਨੂੰ ਸਮਝਾਇਆ ਜਾ ਰਿਹਾ ਕਿ ਮਨਾ, ਇਹ ਸਮੁੱਚੀ ਕਾਇਨਾਤ ਨੂੰ ਸਿਰਜਣ ਵਾਲਾ ਉਹ ਮਾਲਕ ਆਪ ਹੈ। ਇਸ ਭੁਲੇਖੇ ਵਿੱਚ ਨਹੀਂ ਰਹਿਣਾ ਵੀ ਪੈਦਾ ਕਰਨ ਵਾਲਾ ਕੋਈ ਹੋਰ ਹੈ, ਰਿਜ਼ਕ ਦੇਣ ਵਾਲਾ ਕੋਈ ਹੋਰ ਹੈ, ਸੰਘਾਰਨ ਵਾਲਾ ਕੋਈ ਹੋਰ। ਇੱਕੋ ਹੀ ਹੈ ਜਿਹੜਾ ਸਰਬ ਵਿਆਪਕ ਹੈ, ਜਿਸ ਨੇ ਆਪਣੀ ਕੁਦਰਤ ਨੂੰ ਸਾਜ ਕੇ ਉਹ ਕੁਦਰਤ ਦੇ ਵਿੱਚ ਆਪ ਸਮਾਇਆ ਹੋਇਆ ਹੈ। ਤੇ ਤੂੰ ਵੀ ਉਸੇ ਕੁਦਰਤ ਦੇ ਵਿੱਚ ਹੀ ਆਉਣਾ ਹੈ। ਤੇਰਾ ਫਰਜ਼ ਬਣਦਾ ਹੈ ਉਸ ਇੱਕ ਨਾਲ ਸਾਂਝ ਪਾ ਕੇ ਆਪਣੇ ਆਪ ਨੂੰ ਅੰਦਰੋਂ ਬਾਹਰੋਂ ਇੱਕ ਕਰ, ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾ। ਤੋ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ। ਵੇਖੋ ਇਹ ਕਮਾਲ ਦੀ ਗੱਲ, ਵੇਖੋ ਆਪਾਂ ਪਹਿਲਾਂ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਵੀ ਹਰ ਇੱਕ ਚੀਜ਼ ਨੂੰ ਬਣਾਉਣ ਵਾਲਾ ਉਹਦਾ ਕਰਤਾ ਹੁੰਦਾ ਹੈ, ਪਰ ਇਹ ਮਾਲਕ ਦਾ ਵਿਸ਼ੇਸ਼ ਗੁਣ ਹੈ ਵੀ ਉਸਨੇ ਜਿਸ ਨੂੰ ਵੀ ਬਣਾਇਆ ਉਹਦੇ ਅੰਦਰ ਆਪ ਬੈਠ ਗਿਆ। ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀ ਹੈ
ਆਪਾਂ ਪਹਿਲੀ ਪੌੜੀ ਵਿੱਚ ਸਰਵਣ ਕਰ ਰਹੇ ਹਾਂ। ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਜਾ। ਕੁਦਰਤ ਨੂੰ ਸਾਜ ਕੇ ਉਹ ਕੁਦਰਤ ਦੇ ਵਿੱਚ ਸਮਾਇਆ ਹੋਇਆ ਹੈ। ਜੀਵ ਦਾ ਕੀ ਫਰਜ਼ ਬਣਦਾ ਹੈ ਕਿ ਮੈਂ ਉਸ ਕੁਦਰਤ ਵਿੱਚ ਰਹਿ ਕੇ ਜੁੜਨਾ ਕਾਦਰਤ ਨਾਲ ਹੈ। ਜਿਸ ਕਾਦਰ ਨੇ ਕੁਦਰਤ ਨੂੰ ਬਣਾਇਆ, ਮੇਰੀ ਸਾਂਝ ਉਸ ਕਾਦਰ ਨਾਲ ਬਣਨੀ ਹੈ। ਇਹ ਨਾ ਹੋਵੇ ਕਿ ਮੈਂ ਉਸ ਕਾਦਰ ਨੂੰ ਛੱਡ ਦੇਵਾਂ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਕੁਦਰਤ ਬਿਨਸਣਹਾਰ ਹੈ ਉਹਦੇ ਨਾਲ ਆਪਣਾ ਨਾਤਾ ਜੋੜ ਲਵਾਂ। ਸੇਵਾ ਸੰਭਾਲ ਕਰਨੀ ਇਸੇ ਇਹ ਪ੍ਰਕਿਰਤੀ ਵਿੱਚ ਸਾਨੂੰ ਬੜਾ ਕੁਝ ਦੱਸਿਆ ਹੋਇਆ। ਜਿਵੇਂ ਆਪਾਂ ਦੂਜੀ ਪੌੜੀ ਵਿੱਚ ਸਰਵਣ ਕਰ ਰਹੇ ਹਾਂ ਵੀ ਇਹ ਜੱਗ ਸੱਚੇ ਕੀ ਹੈ ਕੋਠੜੀ। ਜਦੋਂ ਆਪਾਂ ਸ਼ਲੋਕ ਵਿਚਾਰਿਆ ਵੀ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਇਲ ਹੈ, ਇੱਕ ਨਾ ਭਾਣੇ ਕਰੇ ਵਿਨਾਸ਼। ਜਦੋਂ ਆਪਾਂ ਬੜੇ ਪਿਆਰ ਨਾਲ ਇਹਨਾਂ ਸ਼ਲੋਕਾਂ ਨੂੰ ਪੜ੍ਹਦੇ ਵਿਚਾਰਦੇ ਹਾਂ ਤਾਂ ਸਾਨੂੰ ਬੜੀ ਸੌਖੀਆਂ ਗੱਲ ਸਮਝ ਆ ਜਾਂਦੀ ਹੈ। ਜਿਵੇਂ ਨਾਨਕ ਜੀ ਉਪਾਏ ਕੇ ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਜ਼ਮਾਲਿਆ। ਪਾਤਸ਼ਾਹ ਇੱਥੇ ਗੱਲ ਸਮਝਾਉਂਦੇ ਨੇ, ਸਭ ਤੇਰੀ ਕੁਦਰਤ ਮਾਲਕ ਜੀ, ਸਾਰੀ ਕਾਇਨਾਤ ਤੁਹਾਡੀ ਆਪਣੀ ਸਾਜੀ ਹੋਈ ਹੈ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ। ਇਹ ਮਾਲਕ ਸਾਰੀ ਕਾਇਨਾਤ ਤੁਹਾਡੀ ਆਪਣੀ ਸਾਜੀ ਹੋਈ ਹੈ, ਤੁਸੀਂ ਇਸ ਕਾਇਨਾਤ ਨੂੰ ਬਣਾਉਣ ਵਾਲੇ ਜੀ। ਭਗਤ ਕਬੀਰ ਜੀ ਨੇ ਬਹੁਤ ਪਿਆਰੇ ਸ਼ਬਦਾਂ ਵਿੱਚ, ਜਦੋਂ ਅਸੀਂ ਇੱਦਾਂ ਉਹਨਾਂ ਦੇ ਸ਼ਬਦ ਪੜ੍ਹਦੇ ਹਾਂ, ਉਹਨਾਂ ਦੇ ਸ਼ਲੋਕ ਪੜ੍ਹਦੇ ਹਾਂ, ਉਹਨਾਂ ਦੀਆਂ ਰਚੀਆਂ ਹੋਈਆਂ ਬਾਣੀਆਂ ਪੜ੍ਹਦੇ ਹਾਂ, ਤਾਂ ਬਹੁਤ ਪਿਆਰਾ ਉਪਦੇਸ਼ ਉਹਨਾਂ ਨੇ ਬਖਸ਼ਿਸ਼ ਕੀਤਾ ਹੋਇਆ ਵੀ ਚਾਚਾ ਰਚਤ ਚਿੱਤਰ ਹੈ ਭਾਰੀ। ਕਹਿ ਕੇ ਵੇਖੋ ਮਾਲਕ ਨੇ ਕਿੰਨਾ ਸੋਹਣਾ ਚਿੱਤਰ ਰਚਿਆ ਹੋਇਆ ਹੈ, ਕਿੰਨੀ ਸੋਹਣੀ। ਜਿਵੇਂ ਕਿਸੇ ਨੇ ਤਸਵੀਰ ਬਣਾਈ ਹੋਵੇ ਤੇ ਬੰਦਾ ਤਸਵੀਰ ਦੀ ਤਾਰੀਫ ਕਰੀ ਜਾਵੇ ਪਰ ਤਸਵੀਰ ਬਣਾਉਣ ਵਾਲੇ ਨਾਲ ਸਾਂਝ ਪਾਵੇ ਨਾ। ਸਾਹਿਬ ਨੇ ਕਿੰਨੇ ਪਿਆਰੇ ਉਪਦੇਸ਼ ਸਾਨੂੰ ਬਖਸ਼ਿਸ਼ ਕੀਤੇ ਨੇ ਵੀ ਚਾਚਾ ਰਚਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਕਹਿ ਲਗੇ ਬੰਦਾ ਚਿੱਤਰ ਦੀ ਵਡਿਆਈ ਕਰੀ ਜਾਵੇ, ਚਿੱਤਰ ਨੂੰ ਵੱਡਾ ਕਹੀ ਜਾਵੇ, ਪਰ ਜਿਹਨੇ ਤਸਵੀਰ ਬਣਾਈ ਹੈ ਉਹਦੇ ਬਾਰੇ ਦੋ ਸ਼ਬਦ ਵੀ ਨਾ ਬੋਲੇ। ਭਾਵੇਂ ਇਹਦੇ ਵਿੱਚ ਕੋਈ ਸ਼ੱਕ ਨਹੀਂ, ਤਸਵੀਰ ਦੀ ਤਾਰੀਫ ਕਰਨਾ ਹੀ ਤਸਵੀਰ ਬਣਾਉਣ ਵਾਲੀ ਦੀ ਤਾਰੀਫ ਕਰਨਾ। ਪਰ ਕਈ ਵਾਰੀ ਐਸਾ ਹੁੰਦਾ ਬੰਦਾ ਤਸਵੀਰ 'ਚ ਇੰਨਾ ਮਸਤ ਹੋ ਜਾਂਦਾ ਹੈ ਕਿ ਤਸਵੀਰ ਬਣਾਉਣ ਵਾਲਾ ਸੁਰਤ ਵਿੱਚੋਂ ਵਿਸਰ ਹੀ ਜਾਂਦਾ ਹੈ। ਇਹ ਪੂਰੀ ਕਾਇਨਾਤ ਉਹਦੀ ਇੱਕ ਤਸਵੀਰ ਹੈ। ਪਰ ਅੱਜ ਇਨਸਾਨ ਦੀ ਹਾਲਤ ਇਹ ਹੈ ਵੀ ਤਸਵੀਰ ਨਾਲ ਸਾਂਝ ਪਾ ਲਈ ਹੈ ਤੇ ਤਸਵੀਰ ਬਣਾਉਣ ਵਾਲੇ ਨਾਲ ਆਪਣੀ ਸੁਰਤ ਤੋੜ ਲਈ ਹੈ। ਭਾਵੇਂ ਉਹ ਤਸਵੀਰ ਬਣਾਉਣ ਵਾਲਾ ਵੱਖਰਾ ਨਹੀਂ, ਫਰਕ ਹੁੰਦਾ ਹੈ। ਦੁਨਿਆਵੀ ਤਸਵੀਰ ਬਣਾਉਣ ਵਾਲਾ ਤਸਵੀਰ ਬਣਾ ਕੇ ਆਪਣੀ ਤਸਵੀਰ ਤੋਂ ਵੱਖਰਾ ਹੋ ਜਾਂਦਾ ਹੈ। ਕਿੰਨੇ ਲੋਕ ਨੇ ਜਿਹੜੇ ਹੱਥਾਂ ਨਾਲ ਤਸਵੀਰਾਂ ਤਿਆਰ ਕਰਦੇ ਨੇ, ਇਹ ਬੰਦਾ ਸਾਹਮਣੇ ਬਿਠਾ ਕੇ ਹੂ ਬਹੂ ਉਹ ਜਿਹੀ ਤਸਵੀਰ ਬਣਾ ਦਿੰਦੇ ਨੇ। ਉਹਦੀਆਂ ਆਪਣੀਆਂ ਬਣਾਈਆਂ, ਉਹਦੇ ਹੱਥ ਦੀਆਂ ਬਣੀਆਂ ਤਸਵੀਰਾਂ ਪਤਾ ਨਹੀਂ ਕਿਹੜੀ ਕਿਹੜੀ ਕੰਟਰੀ 'ਚ ਪਹੁੰਚ ਗਈਆਂ, ਪਤਾ ਹੀ ਨਹੀਂ ਉਹਨੂੰ। ਪਰ ਉਹ ਥੋੜ੍ਹਾ ਨਾਲ ਗਿਆ। ਕਈ ਵਾਰੀ ਬੰਦੇ ਨੇ ਵੇਖਿਆ ਵੀ ਨਹੀਂ ਹੁੰਦਾ ਤਸਵੀਰ ਬਣਾਉਣ ਵਾਲਾ। ਤਸਵੀਰ ਜਦੋਂ ਅਗਲੇ ਨੂੰ ਵਿਖਾਉਂਦਾ ਜਾ ਕੇ, ਉਹਨੂੰ ਪਤਾ ਵੀ ਨਹੀਂ ਹੁੰਦਾ ਵੀ ਤਸਵੀਰ ਬਣਾਉਣ ਵਾਲਾ ਕਿਹੜਾ ਹੈ। ਜਿਹਦੀ ਬਣੀ ਉਹਨੂੰ ਤਾਂ ਪਤਾ ਹੁੰਦਾ, ਪਰ ਅਗਲੇ ਨੂੰ ਪਤਾ ਵੀ ਨਹੀਂ ਹੁੰਦਾ ਵੀ ਤਸਵੀਰ ਬਣਾਉਣ ਵਾਲਾ ਕਿਹੜਾ। ਕਈ ਬੰਦੇ ਤਸਵੀਰ ਤੋਂ ਤਸਵੀਰ ਬਣਾਉਂਦੇ ਨੇ। ਜਦੋਂ ਤੇ ਸਾਹਮਣੇ ਕੋਈ ਤਸਵੀਰ ਲੈ ਕੇ ਜਾਂਦਾ, ਕਹਿੰਦਾ ਕਿਹਨੇ ਬਣਾਈ ਹੈ, ਕਹਿੰਦਾ ਭਾਈ ਉਹ ਤਾਂ ਮੇਰਾ ਦੋਸਤ ਹੈ, ਉਹਨੇ ਬਣਾ ਕੇ ਮੈਨੂੰ ਦਿੱਤੀ, ਮੈਂ ਤੁਹਾਡੇ ਵਾਸਤੇ ਗਿਫਟ ਲੈ ਕੇ ਆਇਆ। ਪਰ ਆਹ ਖਾਸੀਅਤ ਹੈ ਵੀ ਜਿਹੜੀ ਤਸਵੀਰ ਮਾਲਕ ਨੇ ਬਣਾਈ ਹੈ ਉਹ ਤਸਵੀਰ ਬਣਾ ਕੇ ਉਹਦੇ ਵਿੱਚ ਬੈਠਾ ਹੋਇਆ ਹੈ। ਬਾਦਸ਼ਾਹ ਕਹਿੰਦੇ ਬੰਦੇ ਦੀ ਹਾਲਤ ਵੇਖੋ, ਇਹ ਕੀ ਕਰ ਰਿਹਾ। ਚੱਚਾ ਰਚਤ ਚਿੱਤਰ ਹੈ ਭਾਰੀ, ਕਿੰਨੀ ਸੋਹਣੀ ਇਹ ਸਾਰਾ ਜਗਤ ਉਸ ਮਾਲਕ ਦੀ ਬਣਾਈ ਹੋਈ ਤਸਵੀਰ ਹੈ। ਕਹਿਣ ਲੱਗੇ ਤਜ ਚਿੱਤਰ ਹੈ ਚੇਤੋ ਚਿਤਕਾਰੀ। ਕਹਿਣ ਲੱਗੇ ਬੰਦੇ ਦੀ ਹਾਲਤ ਵੇਖੋ, ਬੰਦਿਆ ਤੇਰਾ ਫਰਜ਼ ਬਣਦਾ ਸੀ ਤੁਸੀਂ ਤਸਵੀਰ ਬਣਾਉਣ ਵਾਲੇ ਨਾਲ ਸਾਂਝ ਪਾਉਂਦਾ, ਪਰ ਤੂੰ ਤਸਵੀਰ ਦੇ ਵਿੱਚ ਆਪਣੀ ਸੁਰਤ ਜੋੜ ਕੇ ਬੈਠ ਗਿਆ। ਇਹਦੇ 'ਚ ਕੋਈ ਸ਼ੱਕ ਨਹੀਂ, ਤਸਵੀਰ ਦੀ ਸੇਵਾ ਸੰਭਾਲ ਕਰਨਾ ਤੇਰਾ ਫਰਜ਼ ਹੈ। ਤਸਵੀਰ ਨੂੰ ਸਾਫ਼ ਰੱਖਣਾ ਤੇਰਾ ਫਰਜ਼ ਹੈ। ਜਿਵੇਂ ਆਪਾਂ ਪਿਛਲੇ ਸ਼ਲੋਕ ਵਿੱਚ ਸੁਣਿਆ ਵੀ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜੇ ਕੋਠੜੀ ਸੱਚੇ ਦੀ ਹੈ ਤੇ ਕੋਠੜੀ ਨੂੰ ਸਾਫ਼ ਕਰੇਗਾ ਤੇ ਸੱਚੇ ਨੂੰ ਚੰਗਾ ਲੱਗੇਗਾ। ਤਸਵੀਰ ਉਹਦੀ ਬਣੀ ਹੈ, ਤਸਵੀਰ ਨੂੰ ਸਾਫ਼ ਸੁਥਰਾ ਰੱਖਣਾ ਵੀ ਤਾਂ ਤੇਰਾ ਫਰਜ਼ ਹੈ ਨਾ। ਹੁਣ ਤਸਵੀਰ ਬਣਾਈ ਹੋਵੇ ਜਿਹਨੇ, ਤੇ ਬੰਦਾ ਜਦੋਂ ਸਾਹਮਣੇ ਆਵੇ ਤਸਵੀਰ 'ਤੇ ਗੰਦਗੀ ਪਈ ਹੋਵੇ, ਘਟਾ ਪਿਆ ਹੋਵੇ, ਉਹਦੀਆਂ ਚੀਕਾਂ ਨਿਕਲ ਜਾਂਦੀਆਂ ਵੀ ਮੈਂ ਕਿੰਨੀ ਰੂਹ ਨਾਲ ਤਸਵੀਰ ਬਣਾਈ, ਤੁਸੀਂ ਕਿੰਨਾ ਗੰਦ ਪਾਤਾ ਇਹ 'ਤੇ। ਇਹ ਵੀ ਚੇਤਾ ਰੱਖਣਾ ਹੈ ਤਸਵੀਰ ਨੂੰ ਸਾਫ਼। ਇੱਥੇ ਉਹ ਵੀ ਲੋਕ ਆਏ ਜਿਨ੍ਹਾਂ ਤਸਵੀਰ ਵੱਲ ਵੇਖਿਆ ਹੀ ਨਹੀਂ, ਤਸਵੀਰ ਹੀ ਛੱਡ ਕੇ ਪਾਸੇ ਤੁਰ ਗਏ। ਉਹ ਵੀ ਲੋਕ ਸੀ ਜਿਨ੍ਹਾਂ ਤਸਵੀਰ ਸਾਫ਼ ਕਰਨ ਵਿੱਚ ਆਪਣਾ ਯੋਗਦਾਨ ਹੀ ਨਹੀਂ ਪਾਇਆ। ਇਹ ਸੰਸਾਰ ਇੱਕ ਤਸਵੀਰ ਹੈ ਮਾਲਕ ਦੀ, ਇਹਦੇ ਵਿੱਚ ਰਹਿ ਕੇ ਮੈਂ ਜੁੜਨਾ ਉਸ ਚਿੱਤਰਕਾਰ ਨਾਲ ਜਿਹੜਾ ਸੋਹਣੀ ਤਸਵੀਰ ਤਿਆਰ ਕਰਦਾ। ਪਾਤਸ਼ਾਹ ਕਹਿੰਦੇ ਨੇ ਤਾ ਚਿੱਤਰੇ ਚੇਤੋ ਚਿਤਕਾਰੀ। ਕਹਿਣ ਲੱਗੇ ਚਿੱਤਰ ਅਵਚਿੱਤਰ ਇਹ ਅਵਚੇਰਾ। ਕਹਿਣ ਲੱਗੇ ਤਾ ਚਿੱਤਰੇ ਚਿਤਰਾਖ ਚਤੇਰਾ। ਹੁਣ ਇਹਦਾ ਅਰਥ ਨਹੀਂ ਵੀ ਆਪਾਂ ਚਿੱਤਰ ਨੂੰ ਛੱਡ ਕੇ ਪਾਸੇ ਤੁਰਨਾ, ਨਹੀਂ, ਚਿੱਤਰ ਵਿੱਚ ਰਹਿ ਕੇ ਸੁਰਤ ਚ ਤੇਰੇ ਨਾਲ ਰੱਖਣੀ ਹੈ। ਜਿਹਨੇ ਕਾਇਨਾਤ ਨੂੰ ਸਿਰਜਿਆ ਉਹ ਵੱਖਰਾ ਨਹੀਂ ਹੈ।
ਜਦੋਂ ਉਹਨੂੰ ਨਿਰਗੁਣ ਤੇ ਸਰਗੁਣ ਰੂਪ ਬਿਆਨ ਕੀਤਾ ਨਾ, ਇੱਕੋ ਦੇ ਦੋ ਰੂਪ ਨੇ, ਇੱਕੋ ਦੇ ਦੋ ਰੂਪ ਨੇ। ਦਿਸਦਾ ਸਰਗੁਣ ਹੈ, ਜਿਹੜਾ ਅਣ ਦਿਸਦਾ ਉਹ ਨਿਰਗੁਣ ਹੈ। ਬਾਣੀ 'ਚ ਇੱਕ ਪਰਮਾਤਮਾ ਦੀ ਗੱਲ ਬਾਰ-ਬਾਰ ਕਿਉਂ ਆਖੀ ਹੈ? ਇਸੇ ਕਰਕੇ ਆਖੀ, ਏਕ ਅਨੇਕ ਵਿਆਪਕ ਪੁਰਖ, ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਿਤ, ਵਿਰਲਾ ਬੁਝੈ ਕੋਈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਾਤਸ਼ਾਹ ਕਹਿੰਦੇ ਨੇ ਸਭ ਤੇਰੀ ਕੁਦਰਤ, ਸਭ ਤੇਰੀ ਕੁਦਰਤ, ਸਾਰੀ ਕੁਦਰਤ ਤੁਹਾਡੀ ਬਣਾਈ ਹੋਈ ਹੈ, ਸਾਰੀ ਕਾਇਨਾਤ ਤੁਹਾਡੀ ਸਾਜੀ ਹੋਈ ਹੈ। ਤੂੰ ਕਾਦਰ, ਕਰਤਾ, ਤੁਸੀਂ ਇਸ ਕੁਦਰਤ ਨੂੰ ਬਣਾਉਣ ਵਾਲੇ ਜੇ, ਕਰਤੇ ਜੇ। ਪਾਕੀ ਨਾਈ ਪਾਕ, ਤੁਹਾਡੀ ਜਿਹੜੀ ਵਡਿਆਈ ਹੈ ਉਹ ਪਵਿੱਤਰ ਤੋਂ ਪਵਿੱਤਰ ਹੈ, ਉੱਚੀ ਤੋਂ ਉੱਚੀ ਹੈ। ਨਾਨਕ ਹੁਕਮੇ ਅੰਦਰ ਵੇਖੈ, ਹੇ ਨਾਨਕ ਉਹ ਸਮੁੱਚੀ ਕਾਇਨਾਤ ਨੂੰ ਆਪਣੇ ਹੁਕਮ ਵਿੱਚ ਰੱਖ ਕੇ ਉਹਦੀ ਸੰਭਾਲ ਕਰ ਰਿਹਾ। ਆਹ ਚੇਤਾ ਰੱਖਣਾ। ਇਸ ਨੁਕਤੇ ਨੂੰ ਬਾਰ-ਬਾਰ ਆਪਾਂ ਵਿਚਾਰਦੇ ਹਾਂ। ਜਦੋਂ ਆਪਾਂ ਕਹਿੰਦੇ ਸਾਰਿਆਂ ਨੂੰ ਆਪਣੇ ਹੁਕਮ ਵਿੱਚ ਰੱਖ ਕੇ ਉਹ ਸੰਭਾਲ ਕਰ ਰਿਹਾ, ਤੇ ਆਮ ਬੰਦੇ ਕਹਿੰਦੇ ਜੇ ਸਾਰਿਆਂ ਨੂੰ ਹੁਕਮ ਵਿੱਚ ਰੱਖ ਰਿਹਾ ਫਿਰ ਰੇਪ ਕਿਉਂ ਹੋ ਰਹੇ ਨੇ, ਬਲਾਤਕਾਰ ਕਿਉਂ ਹੋ ਰਹੇ ਨੇ, ਚੋਰੀ। ਕਈ ਬੰਦੇ ਇੱਦਾਂ ਦੀਆਂ ਮੈਂ ਵੀਡੀਓ ਵੇਖ ਕੇ ਹੈਰਾਨ ਹੋ ਜਾਂਦਾ, ਉਹ ਇੱਦਾਂ ਮਿਹਣੇ ਮਾਰਦੇ, ਕਿੱਥੇ ਗਿਆ ਤੁਹਾਡਾ ਰੱਬ? ਉਹ ਰੱਬ ਮਰ ਗਿਆ, ਉਹ ਹੱਦ ਹੋ ਗਈ। ਉਹ ਰੱਬ ਕਿਸੇ ਬਿੱਪਰ ਦਾ ਬਣਾਇਆ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਦਾ ਰੱਬ ਮਰਦਾ ਨਹੀਂ ਕਦੀ। ਜਿਸ ਰੱਬ ਦੀ ਗੱਲ ਗੁਰੂ ਨਾਨਕ ਸਾਹਿਬ ਕਰ ਰਹੇ, ਉਹ ਕਿੱਦਾਂ ਮਰ ਜਾਏਗਾ? ਉਹ ਤਾਂ ਰੱਬ ਸਦੀਵ, ਉਹ ਤਾਂ ਆਦਿ ਸੱਚ ਜੁਗਾਦ ਸੱਚ ਹੈ। ਉਸ ਰੱਬ ਦਾ ਜਦੋਂ ਕੁਝ ਵੀ ਨਹੀਂ ਹੋਏਗਾ ਉਹ ਤਾਂ ਵੀ ਹੋਏਗਾ। ਆਦਿ ਸੱਚ ਹੈ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇੱਦਾਂ ਤੁਹਾਡੇ ਲਫ਼ਜ਼ ਬੋਲਣ ਨਾਲ ਕੀ ਹੋ ਜਾਏਗਾ ਭਲਾ? ਕਿਸੇ ਦੇ ਲਫ਼ਜ਼, ਆਪਣੇ ਲਫ਼ਜ਼ ਕਦੀ ਧੱਕੇ ਨਾਲ ਕਿਸੇ ਦੇ ਮੂੰਹ 'ਚ ਨਹੀਂ ਪਾਉਣੇ ਚਾਹੀਦੇ। ਕਈ ਧੱਕੇ ਨਾ ਪਾਉਂਦੇ, ਤੁਸੀਂ ਦੋ ਰੱਬ ਮੰਨਦੇ, ਜਿਵੇਂ ਇੱਕ ਰੱਬ ਮੰਨਦਾ, ਉਹ ਪਿਆ ਹੈ ਹੀ ਇੱਕ। ਉਹ ਜਿਹੜੇ ਮੰਨਦੇ ਨੇ ਉਹਨਾਂ ਨਾਲ ਸਿੱਧਾ ਨਾਂ ਲੈ ਕੇ ਗੱਲ ਕਰਨੀ ਚਾਹੀਦੀ ਹੈ। ਜਦੋਂ ਗੱਲ ਬਾਣੀ 'ਚ ਇੱਕ ਦੀ ਗੱਲ ਆਈ ਤੇ ਇੱਕ ਸਰਬ ਵਿਆਪਕ ਹੈ। ਉਹਦਾ ਅਰਥ ਕੀ ਹੈ? ਉਹ ਕਾਇਨਾਤ ਨੂੰ ਬਣਾ ਕੇ ਵਿੱਚ ਬੈਠਾ ਹੋਇਆ ਹੈ, ਕਾਇਨਾਤ ਨੂੰ ਬਣਾ ਕੇ ਵਿੱਚ ਬੈਠਾ ਹੋਇਆ ਹੈ। ਬਸ ਆਹ ਚਿੱਤਰ, ਕੁਦਰਤ ਰੱਬ ਨਹੀਂ ਹੈ, ਕੁਦਰਤ ਵਿੱਚ ਰੱਬ ਹੈ। ਆਹ ਚੇਤਾ ਰੱਖਣਾ। ਕੁਦਰਤ ਨਾਸ਼ ਹੋ ਜਾਏਗੀ, ਕੁਦਰਤ ਬਿਨਸਨਾਰ ਹੈ, ਪਰ ਜਿਹੜਾ ਵਿੱਚ ਬੈਠਾ ਹੋਇਆ ਨਾ ਉਹ ਨਾਸ਼ਵੰਤ ਨਹੀਂ ਹੈ। ਬਸ ਆਹ ਚੇਤਾ ਰੱਖਣਾ, ਆਹ ਚੇਤਾ ਰੱਖਣਾ। ਤਸਵੀਰ ਖਰਾਬ ਹੋ ਸਕਦੀ ਹੈ, ਤਸਵੀਰ ਬਣਾਉਣ ਵਾਲਾ ਉਹ ਤੇ ਹਜ਼ਾਰਾਂ ਤਸਵੀਰਾਂ ਹੋਰ ਬਣਾ ਸਕਦਾ ਇਹੋ ਜਿਹੀਆਂ। ਤਾਂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਨਾਨਕ ਹੁਕਮੇ ਅੰਦਰ ਵੇਖੈ। ਹੁਕਮੇ ਅੰਦਰ ਵੇਖੇ ਦਾ ਅਰਥ ਕੀ ਹੈ? ਉਹਦਾ ਹੁਕਮ ਸਾਰਿਆਂ ਤੇ ਲਾਗੂ ਹੁੰਦਾ ਹੈ। ਜਿਹੜਾ ਹੁਕਮ ਅਨੁਸਾਰ ਤੁਰਦਾ ਉਹ ਸੁਖੀ ਹੈ, ਜਿਹੜਾ ਹੁਕਮ ਦੀ ਉਲੰਘਣਾ ਕਰਦਾ ਉਹ ਦੁਖੀ ਹੈ। ਵਰਤੈ ਤਾਕੋ ਤਾਕ, ਕੱਲਾ ਆਪਣੇ ਆਪ ਸਾਰਿਆਂ ਵਿੱਚ ਵਰਤ ਰਿਹਾ। ਜਿਹਨੂੰ ਇਸ ਗੱਲ ਦੀ ਸਮਝ ਆ ਜਾਂਦੀ, ਗੱਲ ਇੱਥੇ ਮਨ ਅੰਨੇ ਦੀ ਹੋ ਰਹੀ ਹੈ। ਅੰਨਿਆ ਮਨਾ, ਮਨ ਅੰਧਾ ਜਨਮ ਗਵਾਇਆ। ਹੇ ਅੰਨੇ ਮਨ, ਇਸ ਗੱਲ ਨੂੰ ਧਿਆਨ ਨਾਲ ਸਮਝ। ਮਨ ਅੰਧਾ ਹੈ, ਜਨਮ ਗਵਾਇਆ। ਹੇ ਅੰਨਿਆ ਮਨਾ, ਤੂੰ ਆਪਣਾ ਜਨਮ ਕੁਝਿਆਂ ਕੰਮਾਂ ਵਿੱਚ ਗਵਾ ਰਿਹਾ। ਮਨ ਅੰਧੇ ਜਨਮ ਗਵਾਇਆ। ਸਭ ਤੇਰੀ ਕੁਦਰਤ, ਹੇ ਮਨਾ, ਉਸ ਮਾਲਕ ਨੇ ਸਮੁੱਚੀ ਕਾਇਨਾਤ ਨੂੰ ਆਪ ਸਾਜਿਆ ਤੇ ਬਣਾ ਕੇ ਵਿੱਚ ਆਪ ਸਮਾਇਆ ਹੋਇਆ। ਤੂੰ ਕੀ ਕਰਨਾ ਹੈ? ਇਸ ਕੁਦਰਤ ਵਿੱਚ ਬੈਠਾ ਤੂੰ ਵੀ, ਹੇ ਮਨਾ, ਤੂੰ ਵੀ ਤਾਂ ਉਸੇ ਕੁਦਰਤ ਵਿੱਚ ਹੈ, ਪਰ ਸਾਂਝ ਉਸ ਕਰਤੇ ਨਾਲ ਪਾ ਕੇ ਰੱਖਣੀ ਹੈ। ਆਖਿਆ ਸੀ ਨਾ, ਮੈਂ ਲੇਖਾ ਕਰ ਸਮਝਾਇਆ। ਹੁਣ ਐਸ ਕੁਦਰਤ ਵਿੱਚ ਨੇਕੀਆਂ ਵੀ ਨੇ, ਬਦੀਆਂ ਵੀ ਨੇ, ਚੰਗਿਆਈ ਵੀ ਹੈ, ਬੁਰਿਆਈ ਵੀ ਹੈ, ਮਾਣ ਵੀ ਹੈ, ਅਭਿਮਾਨ ਵੀ ਹੈ। ਹੁਣ ਇਹ ਤੂੰ ਕੀ ਇਕੱਠਾ ਕਰਨਾ ਹੈ? ਮਰਜ਼ੀ ਤੇਰੀ ਆਪਣੀ ਹੈ। ਮਨਨ ਦੇ ਜਨਮ ਹੋਇਆ। ਪਾਤਸ਼ਾਹ ਕਹਿੰਦੇ ਕੁਦਰਤ ਦਿਸੈ। ਕਈਆਂ ਨੂੰ ਕੁਦਰਤ ਵਿੱਚੋਂ ਦਿਸ ਰਿਹਾ, ਉਹਦੇ ਜਿਨ੍ਹਾਂ ਦੇ ਮਨ ਸੁਜਾਕੇ ਨੇ ਉਹ ਕੁਦਰਤ ਵਿੱਚੋਂ ਮਹਿਸੂਸ ਕਰਦੇ, ਦਿਸਦਾ। ਕਹਿੰਦੇ ਕੁਦਰਤ ਦਿਸੈ, ਕੁਦਰਤ ਸੁਣੀ ਹੈ, ਉਹਨਾਂ ਨੂੰ ਸੁਣਾਈ ਦੇ ਰਿਹਾ। ਕਹਿੰਦੇ ਅਸੀਂ ਕੁਦਰਤ ਵਿੱਚੋਂ ਵੇਖ ਰਹੇ, ਮਹਿਸੂਸ ਕਰ ਰਹੇ ਹਾਂ। ਇਸ ਕੁਦਰਤ ਵਿੱਚ ਬੈਠਾ ਅਸੀਂ ਸੁਣਦਾ ਵੀ ਆ, ਵੇਖਦਾ ਵੀ, ਅਸੀਂ ਮਹਿਸੂਸ ਕਰਦੇ ਹਾਂ। ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਇਹ ਗੁਣ ਧਾਰਨ ਕਰ ਲਏ, ਮਹਿਸੂਸ ਕਰਦੇ, ਉਹ ਕਹਿੰਦੇ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤਾਂ ਹੀ ਸ਼ਬਦ ਨਿਕਲੇ ਨਾ, ਮੈਂ ਕੁਰਬਾਨ ਜਾਨਾ ਮਾਲਕ ਜੀ ਤੁਹਾਡੇ ਤੋਂ, ਤੁਸੀਂ ਕੁਦਰਤ ਨੂੰ ਬਣਾ ਕੇ ਉਹਦੇ ਵਿੱਚ ਸਮਾਏ ਹੋਏ ਜੇ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ। ਭਉ ਸੁਖ ਸਾਰ ਦਾ ਅਰਥ ਕੀ ਹੈ? ਭਉ ਦਾ ਅਰਥ ਹੈ ਡਰ, ਨਿਰਮਲ ਭਉ। ਇਹਨੂੰ ਹੁਕਮ ਕਹਿ ਲਓ, ਭਉ ਕਹਿ ਲਓ, ਇਹ ਸ਼ਬਦ ਨੇ। ਭਉ ਸੁਖ ਸਾਰ, ਜਿਹੜਾ ਸੁੱਖਾਂ ਦਾ ਮੂਲ ਹੈ। ਭਉ, ਹੁਕਮ 'ਚ ਤੁਰੇਗਾ ਤਾਂ ਜ਼ਿੰਦਗੀ ਸੁਖੀ ਹੋਏਗੀ। ਇਹ ਵੀ ਉਹਦੇ ਕੁਦਰਤ ਦੇ ਵਿੱਚ ਹੈ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ,
ਕੁਦਰਤ ਪਾਤਾਲੀ ਆਕਾਸ਼ੀ, ਪਤਾਲ ਤੋਂ ਲੈ ਕੇ ਆਕਾਸ਼ ਤੱਕ ਸਭ ਉਹਦੀ ਕੁਦਰਤ ਹੈ। ਕੁਦਰਤ ਪਾਤਾਲੀ ਆਕਾਸ਼ੀ, ਕਹਿਣ ਲੱਗੇ ਕਿੰਨੇ ਪਿਆਰੇ ਸ਼ਬਦ ਵਰਤੇ। ਕੁਦਰਤ ਸਰਬ ਆਕਾਰ ਮੀਨ ਸਰੀਰ, ਸਾਰੇ ਆਕਾਰ ਸਾਰੇ ਸਰੀਰ, ਇਹ ਵੀ ਉਹਦੀ ਕੁਦਰਤ ਹੈ। ਹੁਣ ਕੱਲ੍ਹ ਨੂੰ ਕੋਈ ਸਰੀਰ ਢਹਿ ਜਾਂਦਾ, ਉਦੋਂ ਇਹ ਥੋੜ੍ਹਾ ਕਹਿੰਦੇ ਵੀ ਉਹ ਖਤਮ ਹੋ ਗਿਆ। ਸਾਰਾ ਕੁਝ ਉਹਦੀ ਕੁਦਰਤ ਦੇ ਵਿੱਚ ਆਉਂਦਾ ਹੈ। ਕੁਦਰਤ ਖਤਮ ਹੋ ਜਾਏਗੀ, ਦਰਖਤ ਵੱਢੇ ਜਾਣਗੇ, ਸਭ ਕੁਝ ਖਤਮ ਹੋ ਜਾਏਗਾ, ਪਰ ਉਹ ਤੇ ਸਮਾਇਆ ਹੋਇਆ ਹੈ ਨਾ, ਉਹ ਤੇ ਸਮਾਇਆ ਹੋਇਆ ਹੈ ਨਾ। ਜਿਵੇਂ ਮੰਨ ਲਓ, ਧਿਆਨ ਨਾਲ ਸੁਣਿਓ, ਮੰਨ ਲਓ ਇਹਦਾ 100 ਘੜੇ ਤੁਸੀਂ ਰੱਖ ਦਿਓ, 100 ਘੜੇ ਦਾ ਜ਼ਮੀਨ 'ਤੇ ਰੱਖ ਦਿਓ, ਸੂਰਜ ਦਾ ਅਕਸ਼ ਹਰ ਘੜੇ 'ਚ ਦਿਸਦਾ ਹੈ। ਜਿਹੜਾ ਸੂਰਜ ਦਾ ਅਕਸ਼ ਨਾ ਹਰ ਘੜੇ ਵਿੱਚ ਦਿਸਦਾ ਹੈ। ਤੁਸੀਂ ਘੜਾ ਭੰਨੀ ਜਾਓ, ਸੂਰਜ ਨੂੰ ਕੀ ਹੋਣਾ ਉਹਦੇ ਨਾਲ? ਸੂਰਜ ਤੇ ਆਪਣੇ ਆਪ 'ਚ ਹੀ ਹੈ। ਜਿਹੜਾ 100 ਘੜੇ ਰੱਖ ਦਿਓ ਜ਼ਮੀਨ 'ਤੇ, ਤੁਸੀਂ ਇਹਦਾ ਧਿਆਨ ਨਾਲ ਰੱਖੋਗੇ, ਹਰ ਘੜੇ ਵਿੱਚ ਤੁਹਾਨੂੰ ਸੂਰਜ ਦਾ ਪਰਛਾਵਾਂ ਅਕਸ਼ ਦਿਸੇਗਾ। ਪਰ ਤੁਸੀਂ ਜ਼ੋਰ ਨਾਲ ਘੜਾ ਭੰਨਦੇ ਹੋ, ਘੜੇ ਭੰਨਣ ਨਾਲ ਸੂਰਜ ਥੋੜ੍ਹਾ ਭੱਜ ਜਾਣਾ। ਇੱਦਾਂ ਬੈਠਾ ਸਾਰਿਆਂ ਵਿੱਚ ਹੀ ਹੈ। ਤਾਂ ਗੁਰੂ ਨੇ ਮਨ ਨੂੰ ਆਖਿਆ ਸੀ, ਅੰਨਿਆ ਮਨਾ ਰਹਿਣਾ ਤੂੰ ਅੰਜਨ 'ਚ, ਸੁਰਤ ਨਿਰੰਜਨ ਨਾਲ ਜੋੜ ਕੇ ਰੱਖਣੀ ਹੈ। ਬਸ ਇਸ ਨੁਕਤੇ ਨੂੰ ਚੇਤਾ ਰੱਖਣਾ ਵੀ ਛੱਡਣਾ ਸੰਸਾਰ ਨਹੀਂ ਹੈ, ਸੁਰਤ ਨਿਰੰਜਨ ਨਾਲ ਜੋੜ ਕੇ ਰੱਖਣੀ ਹੈ। ਬਸ ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ, ਭਉ ਸੁਖ ਸਾਰ, ਸੁੱਖਾਂ ਦਾ ਸਾਰ ਭਉ, ਨਿਰਮਲ ਭਉ, ਨਿਰਮਲ ਡਰ, ਇਹ ਸੁੱਖਾਂ ਦਾ ਸਾਰ ਹੈ, ਸੁੱਖਾਂ ਦਾ ਮੂਲ ਹੈ। ਤਾਂ ਕਿਹਾ ਸੀ ਨਾ, ਉਹਦੇ ਭੈ ਵਿੱਚ ਤੁਰਨਾ। ਅੱਗੇ ਜਾ ਕੇ ਅਗਲੀਆਂ ਪੌੜੀਆਂ 'ਚ ਆਉਣਾ, ਜਾ ਕੇ ਜਦੋਂ ਅੱਗ ਦੀ, ਹਵਾ ਦੀ, ਧਰਤੀ ਦੀ, ਸੂਰਜ ਦੀ, ਸਾਰਿਆਂ ਦੀ ਗੱਲ ਭੈ ਵਿੱਚ ਕੀਤੀ ਹੈ ਗੁਰਦੇਵ ਜੀ ਨੇ। ਪਾਤਸ਼ਾਹ ਕਹਿੰਦੇ ਕੁਦਰਤ ਪਾਤਾਲੀ ਆਕਾਸ਼ੀ, ਪਤਾਲ ਆਕਾਸ਼ ਸਭ ਉਹਦੀ ਕੁਦਰਤ, ਸਰਬ ਆਕਾਰ ਸਾਰੇ ਆਕਾਰ, ਚਾਹੇ ਉਹ ਮਨੁੱਖਾਂ ਦੇ ਨੇ, ਚਾਹੇ ਉਹ ਕਿਸੇ ਜੀਵ ਜੰਤੂ ਦੇ ਨੇ, ਸਾਰੇ ਉਹਦੇ ਕੁਦਰਤ ਵਿੱਚ ਨੇ। ਹੁਣ ਆਕਾਰ ਖਤਮ ਹੁੰਦੇ, ਉਹ ਥੋੜ੍ਹਾ ਖਤਮ ਹੁੰਦਾ ਹੈ। ਵੈਸੇ ਤਾਂ ਹੀ ਉਹ ਬਾਣੀ 'ਚ ਆਖਿਆ ਸੀ ਨਾ, ਜਦੋਂ ਬੰਦੇ ਦੀ ਡੈਥ ਵੀ ਹੁੰਦੀ ਹੈ ਨਾ, ਬਾਣੀ ਇਹਨੂੰ ਡੈਥ ਮੰਨਦੀ ਨਹੀਂ ਹੈ, ਬਾਣੀ ਮੌਤ ਨਹੀਂ ਮੰਨਦੀ। ਬਾਣੀ ਆਂਦੀ 5 ਤੱਤ ਇਕੱਠੇ ਕੀਤੇ, ਤੁਸੀਂ ਉਹਨਾਂ 5 ਤੱਤਾਂ ਨੂੰ ਜਦੋਂ ਇਕੱਠੇ ਹੋਏ, ਉਹਨਾਂ ਨੂੰ ਬਾਣੀ 'ਚ ਇੰਝ ਹੀ ਲਿਖਿਆ, ਕਬੀਰ ਧੂਰ ਸਕੇਲ ਕੇ ਪੁਰੀਆਂ ਬਾਂਧੀ ਦੇ। ਮਿੱਟੀ ਇਕੱਠੀ ਕਰਕੇ ਪੁੜੀਆਂ ਬੰਨ੍ਹਤੀਆਂ ਅਤੇ ਪੁੜੀਆਂ ਦਾ ਨਾਂ ਰੱਖ ਦਿੱਤਾ। ਇਸ ਪੁੜੀ ਦਾ ਨਾਂ ਸਰਬਜੀਤ ਸਿੰਘ ਹੈ, ਇਸ ਪੁੜੀ ਦਾ ਨਾਂ ਜੋਗਿੰਦਰ ਸਿੰਘ ਹੈ, ਇਸ ਪੁੜੀ ਦਾ ਨਾਂ ਮਹਿੰਦਰ ਸਿੰਘ ਹੈ, ਇਸ ਪੁੜੀ ਦਾ ਨਾਂ ਕਰਤਾਰ ਸਿੰਘ ਹੈ। ਜਦੋਂ ਉਹ ਪੁੜੀ ਖਿਲਰਦੀ ਹੈ, ਡੈਥ ਕਿਹਦੀ ਹੁੰਦੀ ਹੈ? 'ਚ ਸਵਾਲ ਪੈਦਾ ਹੁੰਦਾ। ਪਵਣੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ ਰੋ ਬਣਾ ਰੇਖੀ ਕਵਣ ਟੇ, ਕੌਣ ਮੂਆ ਰੇ, ਕੌਣ ਮੂਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਤੋਂ ਚਲਤ ਪਾਇਆ, ਇਹ ਤੇ ਤੱਤ ਇਕੱਠੇ ਕੀਤੇ ਸੀ। ਜਿੱਦਾਂ ਬਿਲਡਿੰਗ ਹੈ ਕਿ ਇਮਾਰਤ ਹੈ, ਇਮਾਰਤ ਇੱਦਾਂ ਬਣਦੀ ਹੈ। ਇਮਾਰਤ ਦਾ ਮਟੀਰੀਅਲ ਕਿੱਥੋਂ ਆਇਆ? ਇੱਥੋਂ ਹੀ। ਜੇ ਉਹ ਇੱਟਾਂ ਲੱਗੀਆਂ, ਉਹ ਵੀ ਧਰਤੀ 'ਚੋਂ, ਮਿੱਟੀ ਦੀਆਂ। ਜੇ ਉਹ 'ਚ ਸੀਮਿੰਟ ਲੱਗਾ, ਉਹ ਵੀ ਧਰਤੀ 'ਚੋਂ। ਜੇ ਉਹ 'ਚ ਲੋਹਾ ਲੱਗਾ, ਸਰੀਆ ਗਾਡਰ ਪਏ, ਉਹ ਵੀ ਧਰਤੀ 'ਚੋਂ। ਜੇ ਲੱਕੜ ਦਰਵਾਜ਼ੇ ਬਣੇ, ਉਹ ਵੀ ਧਰਤੀ 'ਚੋਂ। ਜੇ ਉਹਨੂੰ ਪਰਦੇ ਲੱਗੇ, ਉਹ ਵੀ ਇਸੇ ਧਰਤੀ 'ਚੋਂ ਸਭ ਕੁਝ ਪੈਦਾ ਹੋਇਆ। ਢਾਂਚਾ ਬਣਿਆ ਇੱਦਾਂ। ਮੰਨ ਲਓ 10-15 ਮੰਜ਼ਲੀ ਬਿਲਡਿੰਗ ਖੜੀ ਹੋ ਗਈ ਇੱਦਾਂ। ਜਦੋਂ ਬਿਲਡਿੰਗ ਢੱਠੇਗੀ, ਮਟੀਰੀਅਲ ਦੀ ਮੌਤ ਹੋਏਗੀ, ਢਾਂਚੇ ਦੀ ਮੌਤ ਹੋਏਗੀ। ਮਟੀਰੀਅਲ ਜਿੱਥੋਂ ਲਿਆ ਸੀ ਉੱਥੇ ਚਲਾ ਗਿਆ, ਮਟੀਰੀਅਲ ਤਾਂ ਉੱਥੇ ਹੀ ਸੀ। ਢਾਂਚੇ ਦੀ ਮੌਤ, ਆਪਾਂ ਕਹੋ ਬਿਲਡਿੰਗ ਢਹਿ ਗਈ, ਮਟੀਰੀਅਲ ਤਾਂ ਉੱਥੇ ਜਿੱਥੋਂ ਆਇਆ ਉੱਥੇ ਚਲਾ ਗਿਆ ਮਟੀਰੀਅਲ। ਤੇ ਇੱਦਾਂ ਹੀ ਇਹ ਢਾਂਚਾ ਹੈ, ਢਾਂਚਿਆਂ ਦੀ ਡੈਥ ਹੁੰਦੀ ਹੈ। ਰੋਜ਼ ਢਾਂਚੇ ਡਿੱਗਦੇ, ਰੋਜ਼ ਢਾਂਚੇ ਬਣਦੇ ਨੇ, ਰੋਜ਼ ਢਾਂਚੇ ਡਿੱਗਦੇ, ਰੋਜ਼ ਢਾਂਚੇ ਬਣਦੇ ਨੇ। ਬਸ ਇਸ ਬਰੀਕੀ ਨੂੰ ਸਮਝਣਾ ਜ਼ਰੂਰੀ ਹੈ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸ਼ੀ, ਆਕਾਸ਼ ਪਤਾਲ ਸਭ ਉਹਦੀ ਕੁਦਰਤ ਹੈ। ਕੁਦਰਤ ਸਰਬ ਆਕਾਰ, ਸਾਰੇ ਆਕਾਰ ਉਹਦੀ ਕੁਦਰਤ ਹੈ। ਬਾਦਸ਼ਾਹ ਕਹਿੰਦੇ ਨੇ ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤਾਬਾਂ। ਵੇਦ ਪੁਰਾਣ ਹਿੰਦੂ ਵੀਰਾਂ ਦੇ ਜਿਹੜੇ ਧਾਰਮਿਕ ਗ੍ਰੰਥ ਨੇ, ਉਹਨਾਂ ਦਾ ਅਕੀਦਾ ਆਪਣਾ, ਉਹਨਾਂ ਦੇ ਧਾਰਮ ਵੇਦ ਪੁਰਾਣ। ਕਿਤਾਬਾਂ ਯਹੂਦੀਆਂ ਦੇ, ਇਸਲਾਮ ਦੇ, ਕ੍ਰਿਸਚਨਾਂ ਦੇ ਜਿਹੜੇ ਉਹਨਾਂ ਦੇ ਕਿਤਾਬ ਧਾਰਮਿਕ ਗ੍ਰੰਥ ਨੇ, ਇਹ ਵੀ ਕੁਦਰਤ ਦੇ ਹੈ। ਤੇ ਕੁਦਰਤ ਵਿੱਚ ਹੀ ਹੈ ਨਾ ਸਾਰਾ ਕੁਝ। ਪੜ੍ਹਦੇ ਨੇ, ਕੋਈ ਆਪਣਾ ਆਪੋ ਆਪਣਾ ਧਾਰਮਿਕ ਗ੍ਰੰਥ ਪੜ੍ਹਦੇ ਨੇ, ਉਹਨਾਂ ਦਾ ਅਕੀਦਾ ਆਪਣਾ। ਕੁਦਰਤ ਵੇਦ ਪੁਰਾਣ ਕਿਤਾਬਾਂ, ਕੁਦਰਤ ਸਰਬ ਵਿਚਾਰ। ਅਤੇ ਜਿਹੜੀ ਉਹਨਾਂ 'ਤੇ ਵਿਚਾਰ ਹੁੰਦੀ ਹੈ, ਉਹ ਵੀ ਕੁਦਰਤ ਦੇ ਵਿੱਚ ਹੀ ਹੈ। ਹੁਣ ਇਹ ਗੱਲ ਕਿਹਨੂੰ ਸਮਝਾ ਰਹੇ ਨੇ ਭਲਾ? ਮਾਨੰਦ ਹੈ।
ਮਨ ਅੰਨੇ ਨੂੰ। ਹੁਣ ਅੱਗੇ ਜਾ ਕੇ ਹੈਗਾ ਵੀ ਇਹ ਇੱਦਾਂ ਜਿਵੇਂ ਇੱਕ ਮੌਲ ਬਣਿਆ ਹੋਇਆ, ਤੂੰ ਗਾਹਕ ਹੈ ਮਨਾ, ਤੂੰ ਇਹ 'ਚੋਂ ਕਿਹੜਾ ਸਮਾਨ ਲੈਣਾ, ਇਹ ਮਰਜ਼ੀ ਤੇਰੀ ਆਪਣੀ। ਤੁਸੀਂ ਦੁਕਾਨ 'ਤੇ ਜਾਂਦੇ ਜੇ, ਉੱਥੇ ਦੁਕਾਨ ਸਟੋਰ ਭਰੇ ਪਏ ਨੇ, ਬੜੇ ਬੜੇ ਮੌਲ ਸਮਾਨ ਨਾਲ ਭਰੇ ਪਏ ਨੇ, ਤੁਸੀਂ ਤਾਂ ਉਹ ਲਿਆਓਗੇ ਨਾ ਜਿਹੜੀ ਤੁਹਾਨੂੰ। ਹੁਣ ਤੁਸੀਂ ਕਿਸੇ ਮੈਡੀਕਲ ਸਟੋਰ 'ਤੇ ਜਾਂਦੇ ਜੇ, ਉੱਥੇ ਤਾਂ ਦਵਾਈਆਂ ਵਾਧੂ ਨੇ, ਪਰ ਤੁਹਾਨੂੰ ਤਾਂ ਉਹ ਚਾਹੀਦੀ ਹੈ ਨਾ ਜਿਹੜੀ ਤੁਹਾਨੂੰ ਚਾਹੀਦੀ, ਤੁਹਾਨੂੰ ਤਾਂ ਉਹਦੇ ਨਾਲ ਮਤਲਬ ਹੈ ਨਾ। ਹੁਣ ਮੰਨ ਲਓ ਜਿਹੜੀ ਤੁਸੀਂ ਚਾਹੀਦੀ ਹੋਵੇ, ਹੁਣ ਕਈ ਵਾਰੀ ਆਪਾਂ ਦੁਕਾਨ 'ਤੇ ਜਾਂਦੇ ਹਾਂ, ਦੁਕਾਨ ਸਮਾਨ ਨਾਲ ਭਰੀ ਪਈ ਆ, ਪਰ ਜਿਹੜੀ ਤੁਹਾਨੂੰ ਚਾਹੀਦੀ ਉੱਥੇ ਹੁੰਦੀ ਨਹੀਂ, ਤੁਹਾਡੇ ਵਾਸਤੇ ਦੁਕਾਨ ਚਾਹੀ ਕੱਖ ਨਹੀਂ। ਪਰ ਜਿਹੜੀ ਤੁਹਾਨੂੰ ਚਾਹੀਦੀ ਹੈ ਤੁਸੀਂ ਉਹ ਲੈ ਕੇ ਵਾਪਸ ਆ ਜਾਂਦੇ ਹੋ, ਬਾਕੀ ਨਾਲ ਆਪਾਂ ਨੂੰ ਕੀ ਮਤਲਬ ਹੈ। ਇੱਦਾਂ ਮਨ ਨੂੰ ਸਮਝਾਇਆ, ਮਨਾ ਹੁਣ ਸਾਰਾ ਕੁਝ ਪਿਆ ਹੋਇਆ, ਤੂੰ ਇਹ 'ਚੋਂ ਕੀ ਖਰੀਦਣਾ ਹੈ। ਸਵਾਲ ਇਹ, ਕੁਦਰਤ ਵੇਦ ਪੁਰਾਣ ਕਿਤਾਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ, ਕੁਦਰਤ ਖਾਣਾ ਪੀਣਾ ਪਹਿਨਣ, ਇਹ ਖਾਣਾ ਪੀਣਾ ਪਹਿਨਣ ਇਹ ਵੀ ਸਭ ਕੁਦਰਤ ਵਿੱਚ ਹੀ ਆ। ਤਰ੍ਹਾਂ ਤਰ੍ਹਾਂ ਦੇ ਕੱਪੜੇ ਪਹਿਨੇ ਜਾ ਰਹੇ ਆ, ਤਰ੍ਹਾਂ ਤਰ੍ਹਾਂ ਦੇ ਖਾਣੇ ਖਾਧੇ ਜਾ ਰਹੇ ਆ, ਤਰ੍ਹਾਂ ਤਰ੍ਹਾਂ ਦੇ ਤਰਲ ਪਦਾਰਥ ਪੀਤੇ ਜਾ ਰਹੇ ਨੇ ਸਮੇਤ ਪਾਣੀ। ਕੁਦਰਤ ਸਰਬ ਪਿਆਰ, ਪਿਆਰ ਦੇ ਜਜ਼ਬੇ, ਇਹ ਵੀ ਕੁਦਰਤ ਵਿੱਚ ਹੀ ਹੈ। ਪਿਆਰ ਦਾ ਜਜ਼ਬਾ ਇਹ ਵੀ ਕੁਦਰਤ ਵਿੱਚ ਹੀ ਹੈ। ਭਾਸ਼ਾ ਕਹਿੰਦੇ ਨੇ ਕੁਦਰਤ ਜਾਤੀ ਜਿਨਸੀ ਰੰਗੀ, ਜਾਤਾਂ ਜਿਨਸਾਂ ਰੰਗਾਂ, ਤਰ੍ਹਾਂ ਤਰ੍ਹਾਂ ਦੇ ਰੰਗ, ਜਿਵੇਂ ਆਪਾਂ ਪਹਿਲੇ ਸ਼ਲੋਕ ਦੇ ਵਿੱਚ ਵੀ ਗੱਲ ਕੀਤੀ ਹੈ, ਰੂਪ ਰੰਗ ਜੀਆਂ ਦੇ ਭੇਦ, ਇੱਥੇ ਵੀ ਗੱਲ ਕਰਤੀ ਗੁਰਦੇਵ ਨੇ। ਕੁਦਰਤ ਜਾਤੀ, ਜਾਤਾਂ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਜਹਾਨ ਦੇ ਜੀ ਜਹਾਨ ਦਾ ਅਰਥ ਹੈ ਜਹਾਨ ਦੇ ਜੀ, ਇਹ ਸਭ ਤੇਰੀ ਕੁਦਰਤ ਹੈ। ਹੁਣ ਜੀ ਜਾਂਦਾ ਹੈ, ਉਹ ਥੋੜ੍ਹਾ ਜਾਂਦਾ ਹੈ। ਜੇ ਮੈਂ ਕਹੂੰਗਾ ਕੁਦਰਤ, ਬਸ ਆਹ ਚਿੱਤ ਰੱਖਣਾ, ਕੁਦਰਤ, ਜਦੋਂ ਮੈਂ ਕਹੂੰਗਾ ਕੁਦਰਤ ਰੱਬ ਵਾ, ਤੇ ਫਿਰ ਇੱਥੇ ਫਰਕ ਪਏਗਾ। ਜਦੋਂ ਉਹ ਕੁਦਰਤ ਵਿੱਚ ਪੈਦਾ ਹੋਇਆ ਬੰਦਾ ਖਤਮ ਹੋਏਗਾ, ਰੱਬ ਖਤਮ ਹੋਏਗਾ? ਨਹੀਂ, ਇੱਦਾਂ ਕਹਾਂਗੇ ਬਣਾ ਕੇ ਉਹ ਵਿੱਚ ਬੈਠਾ ਹੋਇਆ ਹੈ, ਉਹ ਢਾਂਚਾ ਡਿੱਗੇਗਾ, ਉਹ ਨਹੀਂ ਡਿੱਗੇਗਾ। ਬਸ ਇੰਨੇ ਭੇਦ ਨੂੰ ਸਮਝਣਾ ਜ਼ਰੂਰੀ ਹੈ। ਬਸ ਇਸ ਬਰੀਕੀ ਨੂੰ, ਜੇ ਕੁਦਰਤ ਰੱਬ ਕਹਾਂਗੇ, ਬੜੇ ਮੱਤ ਆਏ ਸੀ ਜਿਹੜੇ ਪਹਿਲਾਂ ਤੇ ਕੁਦਰਤ ਨੂੰ ਰੱਬ ਕਹਿੰਦੇ ਸੀ। ਕੁਦਰਤ ਰੱਬ ਕਹਿਣ ਵਾਲੇ ਨੇ ਤੇ ਪ੍ਰਕਿਰਤੀ ਦੀ ਪੂਜਾ ਸ਼ੁਰੂ ਕਰਾਤੀ। ਉਹ ਕਹਿੰਦੇ ਗਣੇਸ਼ ਕੁਦਰਤ ਵਿੱਚ ਆਉਂਦਾ, ਕਰੋ ਪੂਜਾ। ਰੁੱਖ ਕੁਦਰਤ 'ਚ ਆਉਂਦਾ, ਕਰੋ ਪੂਜਾ। ਪੱਥਰ ਕੁਦਰਤ 'ਚ ਆਉਂਦਾ, ਕਰੋ ਪੂਜਾ। ਮਤਲਬ ਇੱਥੋਂ ਦੀ ਸ਼ੁਰੂ ਹੋ ਗਈ ਸੀ ਪੂਜਾ। ਉਹਨਾਂ ਤਰ੍ਹਾਂ ਤਰ੍ਹਾਂ ਦੇ ਬਣਾ ਕੇ ਸਾਡੇ ਸਾਹਮਣੇ ਭਗਵਾਨ ਕਿਉਂ ਪੇਸ਼ ਕੀਤੇ? ਕਹਿੰਦੇ ਕੁਦਰਤ ਵਿੱਚ ਸਾਰਾ ਕੁਝ। ਤੁਸੀਂ ਤਾਂ ਕਹਿੰਦੇ ਕੁਦਰਤ ਰੱਬ ਹੈ, ਬਾਣੀ ਕਹਿੰਦੀ ਨਾ, ਕੁਦਰਤ ਵਿੱਚ ਬੈਠਾ ਹੋਇਆ, ਕੁਦਰਤ ਨਾਲ ਥੋੜ੍ਹਾ ਜੁੜਨਾ, ਕੁਦਰਤ ਵਿੱਚ ਬੈਠੇ ਉਸ ਕਰਤੇ ਨਾਲ ਜੁੜਨਾ ਹੈ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ। ਕਈ ਵਾਰੀ ਭੁਲੇਖਾ ਪੈ ਨਾ, ਕਿਸੇ ਨੂੰ ਲੱਗਦਾ ਵੀ ਅਸੀਂ ਨਵਾਂ ਰੱਬ ਦੇ ਰਹੇ ਹਾਂ। ਨਹੀਂ, ਇਹ ਜਿਹੜਾ ਗਲੋਂ ਲਾਇਆ ਸੀ ਉਹ ਦਿੱਤਾ ਜਾ ਰਿਹਾ ਹੈ। ਜਿਹੜਾ ਰੱਬ ਗੁਰਮਤਿ ਨੇ ਲਾਇਆ ਸੀ ਨਾ ਗਲੋਂ ਪਹਿਲਾਂ, ਕਦੀ ਜਿਸ ਰੱਬ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਪਰਾਂ ਕੀਤਾ ਸੀ ਨਾ, ਦਇਆਨੰਦ ਵੀ ਤੇ ਉਹ ਕਹਿੰਦਾ ਸੀ ਨਾ, ਜਿਹਦੇ ਨਾਲ ਗਿਆਨੀ ਦੇਸ ਸਿੰਘ ਜੀ ਦਾ ਸੰਵਾਦ ਹੋਇਆ ਸੀ, ਇੱਥੇ ਤੇ ਆਣ ਕੇ ਉਹਦੇ ਪਿੱਛੇ ਪੈ ਸੀ, ਕਹਿੰਦਾ ਨਾ ਨਾ ਨਾ, ਬਸ ਇੱਥੇ ਫਰਕ ਹੈ ਤੇਰਾ ਤੇ ਸਾਡਾ ਜੀ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਫਿਲਾਸਫੀ ਦਿੱਤੀ ਬਾਕਮਾਲ ਹੈ। ਪਾਸ਼ਾ ਕਹਿੰਦੇ ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਪਾਕੀ ਨਾ ਹੀ ਪਾ। ਮੈਨੂੰ ਡਿਊਟੀ ਮਿਲੀ ਇਸ ਜੱਗੇ ਸੱਚੇ ਦੀ ਕੋਠੜੀ ਦੀ ਸੇਵਾ ਸੰਭਾਲ ਕਰਨ ਦੀ, ਪਰ ਮੈਂ ਇਹ ਥੋੜ੍ਹਾ ਵੀ ਹੁਣ ਮੈਂ ਉਸ ਕੋਠੜੀ ਬਣਾਉਣ ਵਾਲੇ ਨਾਲ ਸੁਰਤੀ ਤੋੜ ਕੇ ਬਹਿ ਜਾਣੀ। ਉਹ ਵੱਖਰਾ ਵੀ ਨਹੀਂ ਬੈਠਾ, ਇਹ ਵੀ ਨਹੀਂ ਆਖਿਆ ਵੀ ਉਹ ਕਿਤੇ ਵੱਖਰਾ ਬੈਠਾ, ਨਾ 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 ਨਾ, ਇਹ ਧੱਕੇ ਨਾਲ ਲਫ਼ਜ਼ ਮੂੰਹ 'ਚ ਪਾਏ ਜਾ ਰਹੇ ਨੇ। ਤੇ ਪਾ ਉਹ ਲੋਕ ਰਹੇ ਨੇ ਜਿਹੜੇ ਕਦੀ ਆਪ ਉੱਤੇ ਨੂੰ ਹੱਥ ਕਰਕੇ ਗੱਲਾਂ ਕਰਦੇ ਸੀ ਵੀ ਉਹ ਉੱਤੇ ਬੈਠਾ, ਉਤਲਾ ਜਾਣੇ, ਉਤਲਾ ਬਚਾ ਗਿਆ ਸਾਨੂੰ, ਤੇ ਅਸੀਂ ਤੇ ਖਤਮ ਹੋ ਜਾਣਾ ਸੀ। ਨਾ 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 ਨਾ, ਰੱਬ ਗੁਰਮਤ, ਜਿਹੜੀ ਗੁਰਮਤ ਦੀ ਵਿਚਾਰ ਹੈ, ਇਹ ਮੈਂ ਕਲੀਅਰ ਦੱਸਣਾ ਚਾਹੁੰਦਾ। ਮਿਸ਼ਨਰੀ ਕਾਲਜਾਂ ਜਿਨ੍ਹਾਂ ਨੇ ਗੁਰਮਤ ਦਾ ਸੱਚੀ ਕੋਰਸ ਕਰਕੇ, ਜਿਹੜੇ ਸੱਚੀ ਇਮਾਨਦਾਰ ਨੇ ਇਸ ਬਣੇ ਤੁਰੇ, ਉਹ ਤਾਂ ਕਦੇ ਵੀ ਨਹੀਂ ਕਹਿੰਦੇ, ਨਾ ਉੱਥੇ ਪੜ੍ਹਾਉਣ ਵਾਲਿਆਂ ਨੇ ਕਦੀ ਇਹ ਗੱਲ ਕਹੀ ਹੈ ਕਿ ਉੱਤੇ ਬੈਠਾ। ਉਹ ਕਹਿੰਦੇ ਨਾ ਭਾਈ, ਰੱਬ ਤੁਹਾਡੇ ਵਿੱਚ ਬੈਠਾ ਹੈ, ਉਹ ਤੁਹਾਡੇ ਅੰਦਰ ਹੈ, ਤੇ ਆਪਣੇ ਆਪ ਨੂੰ ਸਵਾਰਨਾ ਹੀ ਰੱਬ ਨੂੰ ਪਾਉਣਾ ਹੈ। ਆਪਣੇ ਆਪ ਨੂੰ ਸਵਾਰਨਾ ਹੀ ਰੱਬ ਨੂੰ ਪਾਉਣਾ ਹੈ। ਇਸੇ ਇਨਕਲਾਬ ਵਿੱਚੋਂ ਤਾਂ ਬੱਚਿਆਂ ਦੀਆਂ ਕਲਾਸਾਂ ਨਿਕਲੀਆਂ ਸੀ। ਬਾਬਾ ਲਹਿਣਾ ਜੀ ਕੀ ਕਰ ਰਿਹਾ ਸੀ, ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਕੀ ਕਰ ਰਹੇ ਸੀ ਭਲਾ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਲੰਬਰਦਾਰ ਅਖਵਾਉਣ ਦਾ ਦਾਅਵਾ ਕਰਦੇ ਆ ਵੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਪੈਰੋਕਾਰ ਹਾਂ, ਤੇ ਬਾਬਾ ਲਹਿਣੇ ਤੇ ਬੱਚਿਆਂ ਦੀ ਕਲਾਸ ਲਾ ਕੇ ਬੈਠੇ ਸੀ। ਤੇ ਸਾਧਾਂ ਨੂੰ ਬੱਚਿਆਂ ਦੀ ਕਲਾਸਾਂ ਤੋਂ ਐਲਰਜੀ ਹੈ। ਉਹ ਕਹਿੰਦੇ ਟੋਕਰੀ ਢੋਣ ਆ ਜਾਓ ਸਾਡੇ ਡੇਰੇ, ਗਿਆਨ ਨਾ ਲੈਣ ਆਇਓ, ਗਿਆਨ ਲੈ ਕੇ ਤਾਂ ਟੋਕਰੀ ਨਹੀਂ ਚੁੱਕੀ ਜਾਣੀ ਮੁੜ ਕੇ ਤੁਹਾਡੇ ਕੋਲੋਂ।
ਆ ਫਰਕ ਹੈ। ਗੁਰੂ ਅੰਗਦ ਸਾਹਿਬ ਕੀ ਕਰ ਰਹੇ ਸੀ ਭਲਾ? ਜਦੋਂ ਹਿਮਾਯੂ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਖਾ ਕੇ ਆਏ ਸੀ, ਗੁਰੂ ਅੰਗਦ ਸਾਹਿਬ ਬੱਚਿਆਂ ਦੀ ਕਲਾਸ ਲਾ ਕੇ ਬੈਠੇ ਸੀ। ਮੈਨੂੰ ਦੱਸਿਓ ਕਿਹੜਾ ਸਾਧ ਬੱਚਿਆਂ ਦੀ ਕਲਾਸ ਲਾ ਕੇ ਬੈਠਾ? ਲਾਊ ਤਾਂ ਜੇ ਆਪ ਆਉਂਦਾ ਹੋਏਗਾ ਤੇ ਗੁਰਮਤਿ ਦੀ ਕਲਾਸ ਤਾਂ ਲੱਗਾ ਜੇ ਆਪ ਕੁਝ ਆਉਂਦਾ ਹੋਏਗਾ ਤੇ ਇਹ ਤਾਂ ਸਿਰ ਝੁਕਦਾ ਉਹਨਾਂ ਯੋਧਿਆਂ ਅੱਗੇ। ਜੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜਦੋਂ ਸਾਕਾ ਨਨਕਾਣਾ ਵਾਪਰਿਆ, ਉਹਦੇ ਵਿੱਚੋਂ ਇਹ ਸੰਸਥਾ ਪੈਦਾ ਹੋਈ ਸੀ, ਸ਼ਹੀਦ ਸਿੱਖ ਮਿਸ਼ਨਰੀ ਕਾਲਜ। ਜਦੋਂ ਸਿੰਘਾਂ ਨੇ ਇਕੱਠੇ ਹੋ ਕੇ ਤਿਆਰੀ ਕੀਤੀ ਵੀ ਨਹੀਂ ਭਾਈ, ਇਹੋ ਜਿਹੀਆਂ ਸੰਸਥਾਵਾਂ ਲਿਆਓ ਜਿਹੜੀਆਂ ਨੌਜਵਾਨ ਪੜ੍ਹਿਆ ਲਿਖਿਆ ਗੁਰਮਤਿ ਦੀ ਗੱਲ ਕਰੇ। ਉਹ ਜ਼ਰੂਰੀ ਨਹੀਂ ਉਹ ਪ੍ਰੋਫੈਸ਼ਨਲ ਹੋ ਕੇ ਕਥਾ ਵਿਚਾਰ ਕਰੇ, ਕੀਰਤਨ ਕਰੇ, ਉਹ ਗੁਰਮਤਿ ਦਾ ਕੋਰਸ ਕਰਕੇ ਆਪਣੇ ਖੇਤੀਬਾੜੀ ਘਰ ਆਣ ਕੇ ਕਰੇ, ਉਹ ਆਪਣੇ ਕੋਈ ਨੌਕਰੀ ਕਰੇ, ਫੌਜ ਵਿੱਚ ਜਾਵੇ, ਉਹ ਟਰੱਕ ਚਲਾਵੇ, ਬੱਸ ਚਲਾਵੇ, ਕੋਈ ਵੀ ਕੰਮ ਕਰੇ, ਪਰ ਕਮ ਸੇ ਕਮ ਉਹਨੂੰ ਗੁਰਮਤਿ ਦਾ ਤਾਂ ਪਤਾ ਹੋਵੇ। ਬੜੇ ਸਾਡੇ ਵੀਰ ਨੇ ਕੋਰਸ ਕਰਕੇ ਬਾਅਦ ਵਿੱਚ ਆਪਣੇ ਆਪਣੇ ਘਰਾਂ 'ਚ ਕੰਮ ਕਰ ਰਹੇ ਨੇ, ਨਾਲ ਗੁਰਮਤਿ ਦੀ ਗੱਲ ਕਰਦੇ ਨੇ। ਜ਼ਰੂਰੀ ਥੋੜ੍ਹਾ ਕਿ ਪੱਕਾ ਹੀ ਤੁਸੀਂ ਇਸ ਬੰਨੇ ਭੇਟ, ਆਪੋ ਆਪਣਾ ਤਰੀਕਾ ਹੈ ਕੰਮ ਕਰਨ ਦਾ। ਕਈ 24 ਘੰਟੇ ਸਮਰਪਿਤ ਨੇ ਅਤੇ ਕਈ ਪਾਰਟ ਟਾਈਮ ਆਪਣਾ ਬਿਜ਼ਨਸ ਵੀ ਕਰਦੇ, ਨਾਲ ਗੁਰਮਤਿ ਦੀਆਂ ਵਿਚਾਰਾਂ ਵੀ ਕਰਦੇ। ਕਈ ਸਾਡੇ ਵੀਰ ਟਰੱਕ ਚਲਾਉਂਦੇ ਆ, ਨਾਲ ਬੱਸਾਂ ਚਲਾਉਂਦੇ ਆ, ਫੌਜ ਵਿੱਚ ਨੌਕਰੀ ਕਰਦੇ ਆ, ਉੱਥੇ ਲਿਖਦੇ ਵੀ ਆ, ਪੜ੍ਹਦੇ ਵੀ ਆ, ਰੇਡੀਓ 'ਤੇ ਵੀ ਬੋਲਦੇ ਆ, ਟੀ ਵੀ 'ਤੇ ਵੀ ਬੋਲਦੇ ਆ, ਆਰਟੀਕਲ ਵੀ ਲਿਖਦੇ ਆ। ਤਰੀਕਾ ਗੁਰੂ ਨਾਨਕ ਸਾਹਿਬ ਨੇ ਵਿਹਲੜ 'ਤੇ ਬਣਾਇਆ ਨਹੀਂ। ਉਹ ਕਹਿੰਦੇ ਜਿੱਦਾਂ ਮਰਜ਼ੀ ਕਰ ਸਹੀ ਤੂੰ ਕੁਝ ਨਾ ਕੁਝ ਬਸ। ਕਿਉਂ? ਕਿਉਂਕਿ ਜੇ ਕੁਦਰਤ ਵਿੱਚ ਉਹ ਬੈਠਾ ਵਿਹਲਾ ਨਹੀਂ ਤਾਂ ਵਿਹਲੇ ਨੂੰ ਪਸੰਦ ਕਿੱਦਾਂ ਕਰੂ ਭਲਾ? ਵਿਹਲੇ ਨੂੰ ਪਸੰਦ ਕਿੱਦਾਂ ਕਰੂ? ਪਾਤਸ਼ਾਹ ਇੱਥੇ ਕਹਿੰਦੇ ਨੇ ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ। ਜੀ ਜਹਾਨ, ਜਹਾਨ ਦੇ ਜੀ ਸਾਰੇ, ਇਹ ਸਭ ਤੇਰੀ ਕੁਦਰਤ ਹੈ। ਪਾਤਸ਼ਾਹ ਕੀ ਕਹਿੰਦੇ ਨੇ? ਕੁਦਰਤ ਨੇਕੀਆਂ, ਕੁਦਰਤ ਬਦੀਆਂ। ਨੇਕੀਆਂ ਵੀ ਕੁਦਰਤ ਵਿੱਚ ਹੀ ਹੈ ਅਤੇ ਬਦੀਆਂ, ਨੇਕੀ ਮੈਨੂੰ ਚੰਗੇ ਕੰਮ, ਬਦੀ ਮੈਨੂੰ ਮਾੜਾ ਕੰਮ, ਇਹ ਵੀ ਕੁਦਰਤ ਵਿੱਚ ਹੀ ਹੈ। ਮਾਣ ਆਦਰ ਵੀ ਕੁਦਰਤ ਵਿੱਚ ਹੈ, ਹੰਕਾਰ ਵੀ ਕੁਦਰਤ ਵਿੱਚ ਹੈ। ਹੁਣ ਇੱਥੇ ਮਨ ਨੂੰ ਕਹਿਤਾ, ਮਨਾ ਹੇ ਅੰਨ੍ਹਿਆ ਮਨਾ, ਇਹ ਹੁਣ ਦੁਕਾਨ ਸੱਜੀ ਹੋਈ ਹੈ, ਇਹ 'ਚੋਂ ਤੂੰ ਕਿਹੜਾ ਸਮਾਨ ਖਰੀਦਣਾ, ਇਹ ਮਰਜ਼ੀ ਤੇਰੀ ਆਪਣੀ ਹੈ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਸ਼ਲੋਕ ਵਾਰਾਂ 'ਤੇ ਵਧੀਕ ਪੜ੍ਹੋ, ਉੱਥੇ ਮਹਾਰਾਜ ਕਹਿੰਦੇ ਸੁਣ ਮੁੰਦੇ ਹਰਨ ਆਖੀਏ, ਹੇ ਹਿਰਨ ਦੀਆਂ ਅੱਖਾਂ ਵਾਲੀਏ ਜੀਵ ਇਸਤਰੀਏ। ਆਮ ਕਰਕੇ ਜਿਹਦੀ ਅੱਖ ਵਜੇ ਪਰ ਹਿਰਨ ਵਰਗੀ ਆਖੇ ਦੀ, ਹੇ ਹਿਰਨ ਦੀਆਂ ਅੱਖਾਂ ਵਾਲੀਏ ਜੀਵ ਇਸਤਰੀਏ, ਸੁਣ ਮੁੰਦੇ ਹਰਨ ਆਖੀਏ, ਗੂੜਾ ਵੈਣ ਅਪਾਰ। ਆ ਤੈਨੂੰ ਇੱਕ ਭੇਦ ਦੀ ਗੱਲ ਦੱਸਾਂ, ਪਹਿਲਾਂ ਵਸਤ ਸਜਾਣ ਕਹਿ ਤਾਂ ਕੀਚੈ ਵਪਾਰ। ਕੁਦਰਤ ਨੇਕੀਆਂ, ਕੁਦਰਤ ਬਦੀਆਂ। ਇੱਥੇ ਨੇਕੀਆਂ ਵੀ ਹੈਗੀਆਂ, ਬਦੀਆਂ ਹੈਗੀਆਂ। ਖਰੀਦਣ ਲੱਗਿਆਂ ਥੋੜ੍ਹਾ ਪਾਰਖੂ ਬਿਰਤੀ ਰੱਖੀ। ਪਹਿਲਾਂ ਵਸਤ ਸਜਾਣ ਕੇ, ਵਸਤੂ ਪਹਿਲਾਂ ਪਰਖ ਲਈ ਤਾਂ ਕੀਚੈ ਵਪਾਰ। ਤੁਸੀਂ ਸੈਕਿੰਡ ਹੈਂਡ ਗੱਡੀ ਲੈਣੀ ਹੋਵੇ ਨਾ, ਕਈ ਵਾਰੀ ਤੁਸੀਂ ਆਖਿਆ ਨਾਲ ਮਕੈਨਿਕ ਲੈ ਕੇ ਜਾਂਦੇ, ਕਈ ਭਾਵੇਂ ਉਹਨੂੰ 2000 5000 ਨਾਲ ਦੇਣਾ ਪਵੇ ਕਿ ਤੁਹਾਡੇ ਨਾਲ ਚੱਲ ਕੇ ਤੇ ਗਲਤ ਗੱਡੀ ਨੇ ਲੈ ਆਈ ਹੈ। ਟਰੈਕਟਰ ਲੈਣਾ ਹੋਵੇ ਚੱਲਦਾ, ਨਾਲ ਮਕੈਨਿਕ ਖੜੀਦਾ। ਉਹ ਘਰ ਲੈਣਾ ਹੋਵੇ ਆਪਾਂ ਨਾਲ ਬੰਦਾ ਲੈ ਕੇ ਜਾਂਦੇ, ਭਾਈ ਤੂੰ ਭੇਤੀ ਆ। ਤਾਂ ਬਾਣੀ 'ਚ ਆਖਿਆ ਅਕਲੀ ਸਾਹਿਬ ਸੇਵੀ ਅਕਲੀ ਪਾਈਏ ਮਨ, ਅਕਲੀ ਪੜ੍ਹ ਕੇ ਬੁੱਝੀਏ ਤੇ ਅਕਲੀ ਕੀਚੈ ਦਾਨ। ਪਾਤਸ਼ਾਹ ਕਹਿੰਦੇ ਜੇ ਬਾਕੀ ਸਾਰਿਆਂ ਕੰਮਾਂ ਲਈ ਅਕਲ ਵਰਤਦਾ, ਇੱਥੇ ਕੀ ਹੋ ਗਿਆ ਭਾਈ? ਮਨ ਅੰਧਾ ਹੈ, ਅੰਨ੍ਹਿਆ ਮਨਾ ਪੁੱਠੇ ਬੰਨੇ ਪੈ ਗਿਆ, ਜਨਮ ਗਵਾਇਆ। ਕੁਦਰਤ ਨੇਕੀਆਂ, ਕੁਦਰਤ ਬਦੀਆਂ। ਨੇਕੀ ਵੀ ਕੁਦਰਤ ਵਿੱਚ ਹੈ, ਬਦੀ ਵੀ ਕੁਦਰਤ ਵਿੱਚ ਹੈ। ਕੀ ਇਕੱਠਾ ਕਰਨਾ, ਇਹ ਮਰਜ਼ੀ ਤੇਰੀ ਆਪਣੀ ਹੈ। ਬਸ ਗੁਰਮਤਿ ਦਾ ਕੰਮ, ਗੁਰੂ ਦਾ ਰੋਲ ਇੰਨਾ ਕਿ ਉਹ ਸਾਨੂੰ ਸਜਾਖਾ ਬਣਾਉਂਦਾ ਹੈ। ਕਹਿੰਦਾ ਆਹ ਨੇਕੀ ਹੈ, ਆਹ ਬਦੀ ਹੈ, ਚੰਗਿਆਈ ਹੈ, ਬੁਰਿਆਈ ਹੈ, ਤੂੰ ਕੀ ਇਕੱਠਾ ਕਰਨਾ, ਇਹ ਮਰਜ਼ੀ ਤੇਰੀ ਆਪਣੀ ਹੈ। ਦੁਕਾਨ 'ਤੇ ਸਾਰਾ ਕੁਝ ਪਿਆ, ਲੈਣਾ ਤੂੰ ਹੈ, ਤੇਰੀ ਮਰਜ਼ੀ, ਜੋ ਮਰਜ਼ੀ ਲੈ ਲਾ। ਦੁਕਾਨ 'ਤੇ ਚੂਹੇ ਨੂੰ ਮਾਰਨ ਵਾਲੀ ਦਵਾਈ ਵੀ ਪਈ ਹੈ, ਉੱਥੇ ਚੰਗੀਆਂ ਚੀਜ਼ਾਂ ਵੀ ਪਈਆਂ। ਸਿਹਤ ਬਣਾਉਣ ਵਾਲੀਆਂ ਚੀਜ਼ਾਂ ਵੀ ਦੁਕਾਨ 'ਤੇ ਹੁੰਦੀਆਂ, ਸਿਹਤ ਵਿਗਾੜਨ ਵਾਲੀਆਂ ਚੀਜ਼ਾਂ ਵੀ ਦੁਕਾਨ 'ਤੇ ਪਈਆਂ ਹੁੰਦੀਆਂ। ਗਾਹਕ ਤੇ ਤੂੰ ਹੀ ਹੈ ਨਾ। ਪਹਿਲਾਂ ਵਸਤ ਸਜਾਣ ਕੇ ਤਾਂ ਕੀਚੇ ਵਪਾਰ। ਦੋਹੀ ਦਿੱਤਿਆ ਦੁਰਜਨਾ। ਦੋਹੀ ਮੀਨਿੰਗ ਕੀ ਹੈ? ਉਹ ਆਵਾਜ਼ ਦੇ ਸਿਵ ਸਲਾਹ, ਉਹ ਸਿਵ ਸਲਾਹ ਕਰ ਜਿਹਦੇ ਨਾਲ ਤੇਰੇ ਅੰਦਰ ਦੇ ਦੁਰਜਨ ਮਰ ਜਾਣ। ਅਤੇ ਮਿੱਤਰਾਂ ਕੂ ਜੈਕਾਰ, ਅਤੇ ਉਹ ਸਿਵ ਸਲਾਹ ਕਰ ਜਿਹਦੇ ਨਾਲ ਤੇਰੇ ਮਿੱਤਰ ਵਧਣ, ਗੁਣ ਰੂਪੀ ਮਿੱਤਰ ਵਧਣ। ਮਿੱਤਰਾਂ ਕੂ ਜੈਕਾਰ, ਜੇ ਤਾਂ ਦੋਹੀ ਸੱਜਣ ਮਿਲਣ, ਜਿਸ ਦੋਹੀ ਨਾਲ, ਜਿਸ ਸਿਵ ਸਲਾਹ ਨਾਲ ਸੱਜਣ ਮਿਲਣ, ਸੱਜਣਾ ਦੇ ਨਾਲ ਮੇਰਾ ਮਿਲਾਪ ਹੋਵੇ। ਜਿਤ ਦੋਹੀ ਸੱਜਣ ਮਿਲਣ, ਲਹੋ ਇਕੱਠੀ ਕਰ, ਲਹੋ ਮੁੰਦੇ ਵਿਚਾਰ, ਹੇ ਮੁੰਦੇ ਹੇ ਜੀਵ ਇਸਤਰੀਏ, ਉਹ ਵਿਚਾਰ ਇਕੱਠੀ ਕਰ। ਮਨ ਤਨ ਦੀਜੈ ਸੱਜਣਾ, ਆਪਣਾ ਮਨ ਤੇ ਤਨ ਮੈਂ ਹਵਾਲੇ ਕਰ ਦੇਵਾਂ ਇਹੋ ਜਿਹੇ ਸੱਜਣਾ ਦੀ ਪ੍ਰਾਪਤੀ ਵਾਸਤੇ। ਮਨ ਤਨ ਦੀਜੈ ਸੱਜਣਾ, ਐਸਾ ਹੱਸਣ ਸਾਰ
ਤੇ ਫਿਰ ਜਦੋਂ ਮੈਂ ਸੱਜਣਾ ਨਾਲ ਮਿਲੇਗਾ ਨਾ, ਇਹ ਜਿਹੜੀ ਖੁਸ਼ੀ ਹੈ ਨਾ, ਇਹਦੇ ਸਾਹਮਣੇ ਦੁਨੀਆ ਦੀਆਂ ਤਮਾਮ ਖੁਸ਼ੀਆਂ ਫਿੱਕੀਆਂ ਪੈ ਜਾਂਦੀਆਂ ਨੇ। ਬਾਕੀ ਤੇ ਵਕਤੀ ਖੁਸ਼ੀਆਂ ਨੇ, ਬਾਕੀ ਤੇ ਥੋੜ੍ਹ ਚਿਰ ਦੀਆਂ ਖੁਸ਼ੀਆਂ ਨੇ। ਮੰਨਨੇ ਆ ਜਿਸ ਜ਼ਿੰਦਗੀ ਸਦਾ ਖੇੜਾ ਲੈ ਕੇ ਆਓ ਨਾ, ਤੇ ਆਹ ਕੰਮ ਕਰ। ਮਨ ਤਨ ਦੀਜੈ ਸੱਜਣਾ, ਐਸਾ ਹਸਣ ਸਾਰ ਇਸ ਤੇ ਹੁੰਨੇ ਨਾ ਕੀ ਚਾਹੀ। ਅੰਨਿਆ ਮਨਾ ਉਸ ਚੀਜ਼ ਨਾਲ ਲਿੰਕ ਨਾ ਜੋੜੀ, ਜੋ ਦਿਸੇ ਚੱਲਣ ਹਾਰ। ਨਾਨਕ ਜਿਨੀ ਐਵੇਂ ਕਰ ਬੁਝਿਆ, ਤਿੰਨਾਂ ਵਿਟੋਂ ਕੁਰਬਾਨ। ਇਹ ਨਾਨਕ ਜਿਨ੍ਹਾਂ ਨੇ ਇਹ ਗੱਲ ਬੁੱਝ ਲਈ, ਮੈਂ ਉਹਨਾਂ ਤੋਂ ਕੁਰਬਾਨ ਜਾਣਾ। ਕੀ ਬੁੱਝ ਲਈ? ਕਿ ਜ਼ਿੰਦਗੀ 'ਚ ਮੈਂ ਉਹ ਸੌਦਾ ਇਕੱਠਾ ਨਹੀਂ ਕਰਨਾ ਜਿਹਦੇ ਨਾਲ ਮੇਰੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਆਉਣ। ਮਨ ਅੰਧੇ ਜਨਮ ਗਵਾਇਆ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ। ਕਿ ਮੇਰੇ ਅੰਦਰੋਂ ਜ਼ਮੀਰ ਰੂਪੀ ਭੌਰ ਉਡਾਰੀ ਮਾਰ ਜਾਵੇ, ਮੈਂ ਉਹ ਸੌਦਾ ਇਕੱਠਾ ਨਹੀਂ ਕਰਨਾ। ਕੁਦਰਤ ਨੇਕੀਆਂ, ਕੁਦਰਤ ਬਦੀਆਂ, ਬਦੀ ਵੀ ਇੱਥੇ ਹੀ ਹੈ, ਨੇਕੀ ਵੀ ਇੱਥੇ ਹੈ, ਚੰਗਿਆਈ ਵੀ ਇੱਥੇ ਹੈ, ਕੁਦਰਤ ਬੁਰਿਆਈ ਵੀ ਕੁਦਰਤ ਦੇ ਵਿੱਚ ਹੈ। ਤੇ ਕੁਦਰਤ ਮਾਨ ਆਦਰ ਵੀ ਕੁਦਰਤ ਵਿੱਚ ਹੀ ਹੈ, ਅਭਿਮਾਨ ਹੰਕਾਰ ਵੀ ਕੁਦਰਤ ਵਿੱਚ ਹੀ ਹੈ। ਹੰਕਾਰ ਬੇਇੱਜ਼ਤੀ ਕਰਾਉਂਦਾ ਹੈ, ਮਾਣ ਨਾਲ ਬੰਦਾ ਸਿਰ ਉੱਚਾ ਚੁੱਕਦਾ ਹੈ। ਸੌਦਾ ਪਿਆ ਹੋਇਆ, ਤੂੰ ਕੀ ਇਕੱਠਾ ਕਰਨਾ ਆਂਦੇ ਆ ਮਨਾ, ਇਹ ਤੇਰੀ ਮਰਜ਼ੀ ਹੈ। ਕੁਦਰਤ ਮਾਨ ਅਭਿਮਾਨ ਕਹਿੰਦੇ ਨੇ, ਕੁਦਰਤ ਪੌਣ ਪਾਣੀ ਬੈਸੰਤਰ, ਪੌਣ ਹਵਾ, ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ, ਧਰਤੀ ਦੀ ਖਾਕ, ਹਵਾ ਅੱਗ ਪਾਣੀ, ਸਭ ਤੁਹਾਡੀ ਕੁਦਰਤ ਹੈ ਮਾਲਕ ਜੀ। ਇਹ ਸਭ ਤੇਰੀ ਸੇਵਾ ਵਿੱਚ ਹਾਜ਼ਰ ਨੇ। ਪਰ ਅੰਨਿਆ ਮਨਾ ਸਾਂਝ ਪਾ ਕੇ ਰੱਖੀ ਚੰਗਿਆਈ ਨਾਲ, ਸੁਰਤ ਚੰਗਿਆਈ ਨਾਲ ਜੋੜ ਕੇ ਰੱਖੀ। ਬਾਦਸ਼ਾਹ ਕਹਿੰਦੇ ਨੇ, ਕੁਦਰਤ ਪੌਣ ਪਾਣੀ ਬੈਸੰਤਰ, ਕੁਦਰਤ ਧਰਤੀ ਖਾਕ। ਧਰਤੀ ਖਾਕ ਦਾ ਅਰਥ ਕੀ ਹੈ? ਧਰਤੀ ਦੀ ਖਾਕ, ਪੌਣ ਪਾਣੀ, ਸਭ ਕੁਝ ਇਹ ਮਾਲਕ ਜੀ ਤੁਹਾਡੀ ਕੁਦਰਤ ਹੈ। ਇਹ ਸਭ ਤੇਰੀ ਕੁਦਰਤ। ਕੀਰ ਤੇ ਕਹਿੰਦਾ, ਸਭ ਤੇਰੀ ਕੁਦਰਤ, ਸਾਰੀ ਕੁਦਰਤ ਤੁਹਾਡੀ ਹੈ, ਤੂੰ ਕਾਦਰ ਕਰਤਾ। ਤੁਸੀਂ ਇਸ ਕੁਦਰਤ ਨੂੰ ਬਣਾਉਣ ਵਾਲੇ ਹੋ। ਪਾਕੀ ਨਾਈ ਪਾਕ, ਤੁਹਾਡੀ ਜਿਹੜੀ ਵਡਿਆਈ ਹੈ ਪਵਿੱਤਰ ਤੋਂ ਪਵਿੱਤਰ ਹੈ। ਤੇ ਸਾਡਾ ਕੀ ਫਰਜ਼ ਬਣਦਾ ਹੈ? ਅਸੀਂ ਵੀ ਕੁਦਰਤ ਵਿੱਚ ਹੀ ਹਾਂ, ਪਰ ਜੁੜਨਾ ਉਸ ਕਦਰ ਨਾਲ ਹੈ, ਜੁੜਨਾ ਉਸ ਕੁਦਰਤ। ਕੁਦਰਤ ਦੀ ਸੇਵਾ ਸੰਭਾਲ ਦਾ ਮੌਕਾ ਮਿਲਿਆ ਸਾਨੂੰ, ਸੇਵਾ ਸੰਭਾਲ ਕਰੋ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਕੋਠੜੀ ਦੀ ਸੇਵਾ ਸੰਭਾਲ ਕਰੋ ਤਾਂ ਕਿ ਕੋਠੜੀ ਦੇ ਮਾਲਕ ਨੂੰ ਚੰਗਾ ਲੱਗੇ। ਤਸਵੀਰ ਬਣਾਈ ਉਹਨੇ, ਚਿੱਤਰਕਾਰ ਨੇ, ਤਸਵੀਰ ਦੀ ਸੇਵਾ ਸੰਭਾਲਦਾ। ਤਸਵੀਰ ਵਿਗਾੜਨਾ ਨਾ, ਜੇ ਸਾਫ਼ ਨਹੀਂ ਕਰ ਸਕਦਾ ਤੈਨੂੰ ਵਿਗਾੜਨ ਦਾ ਕੀ ਹੱਕ ਹੈ? ਤਸਵੀਰ ਦੀ ਵਡਿਆਈ ਕਰ, ਪਰ ਨਾਲ ਤਸਵੀਰ ਬਣਾਉਣ ਵਾਲੇ ਨੂੰ ਵੱਡਾ ਕਹਿ। ਬਸ ਆਹ ਚੇਤਾ ਰੱਖਣਾ ਹੈ। ਪਰ ਸਾਡੀ ਹਾਲਤ ਇਹ ਬਣ ਗਈ ਹੈ, ਅਸੀਂ ਤਸਵੀਰ ਨਾਲ ਇੰਨਾ ਜੁੜ ਗਏ ਕਿ ਤਸਵੀਰ ਬਣਾਉਣ ਵਾਲਾ ਅੰਦਰੋਂ ਨਿਕਲ। ਦਿੰਦੇ ਥਾਂਵੋਂ ਦਿੱਤਾ ਚੰਗਾ, ਦੇਣ ਵਾਲੇ ਨਾਲੋਂ ਦਿੱਤੀ ਹੋਈ ਵਸਤੂ ਚੰਗੀ ਕਰ ਲਈ। ਤੇ ਮਨਮੁਖ ਐਸਾ ਜਾਣੀਏ। ਮਨਮੁਖ ਦੀ ਇਹੋ ਡੈਫੀਨੇਸ਼ਨ ਹੈ ਨਾ, ਵੀ ਦੇਣ ਵਾਲੇ ਨਾਲੋਂ ਦਿੱਤੀ ਵਸਤੂ ਨੂੰ ਵੱਧ ਪਿਆਰ ਕਰ ਲਿਆ। ਦੇਣ ਵਾਲਾ ਆਪਣੀ ਸੁਰਤ ਵਿੱਚੋਂ ਭੁਲਾਤਾ। ਆਓ ਇਸ ਸ਼ਲੋਕ ਵਿੱਚ ਸਾਨੂੰ ਗੱਲ ਗੁਰਦੇਵ ਜੀ ਸਮਝਾਉਂਦੇ ਨੇ, ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਨਾਨਕ ਹੁਕਮੇ ਅੰਦਰ ਵੇਖੈ, ਵਰਤੈ ਤਾਕੋ ਤਾਕ। ਉਹ ਹੁਕਮ ਦੇ ਅੰਦਰ ਸਾਰੀ ਕਾਇਨਾਤ ਨੂੰ ਆਪ ਸੰਭਾਲ ਰਿਹਾ, ਆਪਣੇ ਹੁਕਮ ਵਿੱਚ ਸੰਭਾਲ ਰਿਹਾ। ਜਿਹੜਾ ਉਹਦੇ ਹੁਕਮ ਵਿੱਚ ਤੁਰਦਾ ਉਹ ਸੁਖੀ ਹੁੰਦਾ, ਜਿਹੜਾ ਉਹਦੇ ਹੁਕਮ ਵਿੱਚ ਨਹੀਂ ਤੁਰਦਾ ਉਹ ਦੁਖੀ ਹੁੰਦਾ। ਵਰਤੈ ਤਾਕੋ ਤਾਕ, ਉਹ ਇਕੱਲਾ ਆਪਣੇ ਆਪ 'ਚ, ਉਹਨੂੰ ਕਿਸੇ ਹੋਰ ਦੀ ਹੈਲਪ ਦੀ ਲੋੜ ਨਹੀਂ ਹੈ। ਤੇ ਆਓ ਉਹਦੇ ਨਾਲ ਸਾਂਝ ਪਾਈਏ, ਜਿਹਦਾ ਮੈਂ ਵੀ ਇੱਕ ਹਿੱਸਾ ਹਾਂ। ਜੇ ਕੁਦਰਤ ਦੀ ਗੱਲ ਕੀਤੀ, ਕੁਦਰਤ ਵਿੱਚ ਆਪਾਂ ਵੀ ਆਉਂਦੇ ਹਾਂ, ਤੇ ਫਿਰ ਆਪਣੇ ਆਪ ਨੂੰ ਸਵਾਰਨੇ ਰੱਬ ਨੂੰ ਪਾਉਣਾ ਹੈ। ਆਪਣੀ ਜ਼ਿੰਦਗੀ 'ਚ ਖੁਦ ਆਪਣੇ ਕੰਮ ਪ੍ਰਤੀ ਸੁਚੇਤ ਹੋਣਾ, ਇਮਾਨਦਾਰ ਹੋਣਾ, ਵਧੀਆ ਕੰਮ ਕਰਨਾ। ਜਿਵੇਂ ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਸੀ ਵੀ ਕੰਮ ਹੀ ਪੂਜਾ ਹੈ। ਹੁਣ ਵੱਖਰੀ ਗੱਲ ਹੈ, ਕਹਿਣਾ ਸਿੱਖਣ ਲਈ ਆਓ, ਸੇਵਾ ਲਈ ਜਾਓ। ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਸੀ ਨਾ, ਸਿੱਖਣ ਲਈ ਆਓ, ਸੇਵਾ ਲਈ ਜਾਓ। ਵੀ ਇੱਥੋਂ ਸਿੱਖ ਕੇ ਮੁੜ ਕੇ ਕਾਸ਼ ਕਿਤੇ ਗੁਰਦੁਆਰਿਆਂ ਦੇ ਬਾਹਰ ਵੀ ਲਿਖਿਆ ਹੁੰਦਾ ਵੀ ਇੱਥੋਂ ਸਿੱਖ ਕੇ ਜਾਓ, ਮੁੜ ਕੇ ਸੇਵਾ ਲਈ ਜਾਓ। ਅਤੇ ਜਿਹੜਾ ਬੰਦਾ ਗੁਰਦੁਆਰੇ ਝਾੜੂ ਪੋਚੇ ਬਰਤਨ ਮਾਂਜਦਾ, ਫਿਰ ਉਹਨੂੰ ਘਰ 'ਚ ਵੀ ਇਹ ਕੰਮ ਕਰਨੇ ਆਉਂਦੇ, ਫਿਰ ਉਹ ਆਪਣੀ ਗਲੀ ਮੁਹੱਲੇ ਵਿੱਚ ਵੀ ਇਹ ਕੰਮ ਕਰਦਾ, ਫਿਰ ਉਹ ਆਪਣੇ ਇਰਦ ਗਿਰਦ ਵੀ ਸੇਵਾ ਸੰਭਾਲ ਸਫਾਈ ਕਰਨ ਵਾਲੇ ਬਣੇ। ਸਾਰਿਆਂ ਦਾ ਧੰਨਵਾਦ ਜੀ। ਅੱਜ ਆਪਾਂ 3 ਨੰਬਰ ਪੌੜੀ ਤੱਕ ਸਲੋਕਾਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ। ਤੋ ਇਹਨਾਂ ਵਿੱਚ ਸਾਨੂੰ ਇਹੋ ਗੁਰਦੇਵ ਜੀ ਨੇ ਬਾਰ-ਬਾਰ ਸਮਝਾਇਆ। ਪੌੜੀ ਚੇਤਾ ਰੱਖਿਓ, ਮਨ ਅੰਧੇ ਜਨਮ ਗਵਾਇਆ, ਹੋਏ ਭਸਮੜ ਭੌਰ ਸਦਾਇਆ ਦੀ ਗੱਲ 'ਚ ਕੀਤੀ ਹੈ। ਮਨ ਅੰਧੇ ਜਨਮ ਗਵਾਇਆ, ਆਪੀ ਨੇ ਆਪ ਭੋਗ ਕੇ ਹੋਏ ਭਸਮੜ ਭੌਰ ਸਦਾਇਆ। ਜੀਵ ਅੰਨੇ ਮਨ ਕਰਕੇ, ਭੋਗਾਂ 'ਚ ਪੈ ਪੈ ਕੇ, ਵਿਸ਼ਿਆਂ ਵਕਾਰਾਂ ਵਿੱਚ ਗਲਤਾਨ ਹੋ ਕੇ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ, ਜ਼ਮੀਰ ਰੂਪੀ ਭੌਰ ਅੰਦਰੋਂ ਉਡਾਰੀ ਮਾਰ ਗਿਆ। ਹੋਏ ਭਸਮੜ ਭੌਰ ਸਦਾਇਆ। ਤੇ ਪਾਤਸ਼ਾਹ ਜੀ ਇਹੋ ਗੱਲ ਸਮਝਾਉਂਦੇ ਨੇ, ਆ ਭਾਈ ਸੱਚ ਨਾਲ ਜੁੜ। ਪਹਿਲੇ ਸ਼ਲੋਕ 'ਚ ਵੀ ਇਹੋ ਗੱਲ ਸਮਝਾਈ
ਇੱਥੇ ਦੁਨੀਆ ਦੇ ਲੋਕ ਤਰ੍ਹਾਂ ਤਰ੍ਹਾਂ ਦੇ ਵਿਸਮਾਦ, ਕੋਈ ਨਿੱਕੇ ਨਿੱਕੇ ਥੋੜ੍ਹ ਚਿਰੇ, ਕੋਈ ਕਿਸੇ ਵਿੱਚੋਂ ਆਨੰਦ ਲੈਂਦਾ ਫਿਰਦਾ, ਕਿਸੇ ਵਿੱਚੋਂ ਆਪਣੇ ਆਪ ਨੂੰ ਕਹਿੰਦਾ ਮੈਨੂੰ ਤੇ ਆਨੰਦ ਆ ਗਿਆ। ਨਹੀਂ, ਆਓ ਜੇ ਸੱਚੇ ਜੀਵਨ 'ਚ ਆਨੰਦ ਲੈਣਾ ਹੈ ਤੇ ਉਹ ਇੱਕੋ ਇੱਕ ਤਰੀਕਾ, ਕਿਹੜਾ ਭਲਾ? ਉਹ ਆਨੰਦ ਇਹ ਹੈ, ਸੱਚ ਦੀ ਵਿਚਾਰ ਨਾਲ ਆਪਣੀ ਜ਼ਿੰਦਗੀ ਨੂੰ ਜੋੜੀਏ ਤੇ ਇਸ ਕੁਦਰਤ ਵਿੱਚ ਰਹਿ ਕੇ ਸੁਰਤ ਉਸ ਕਾਦਰ ਨਾਲ ਆਪਣੇ ਜੋੜ ਕੇ ਆਪਣੀ ਜ਼ਿੰਦਗੀ ਨੂੰ ਸੱਜਾ ਖੂਬਸੂਰਤ ਬਣਾਉਣ ਦਾ ਯਤਨ ਕਰੀਏ। ਬਾਣੀ ਆਪ ਪੜ੍ਹੋ, ਆਪ ਸਹਿਜ ਪਾਠ ਕਰੋ, ਭਾਵੇਂ ਇੱਕ ਅੰਕ ਰੋਜ਼ ਪੜ੍ਹੋ, ਅੱਧਾ ਰੋਜ਼ ਪੜ੍ਹ ਲਓ, ਇੱਕ ਸ਼ਬਦ ਰੋਜ਼ ਪੜ੍ਹ ਲਓ, ਇੱਕ ਪੰਕਤੀ ਗੁਰਬਾਣੀ ਦੀ ਰੋਜ਼ ਆਪ ਪੜ੍ਹ ਲਓ, ਪਰ ਪੜ੍ਹਨ ਦੀ ਕੋਸ਼ਿਸ਼ ਜ਼ਰੂਰ। 464 ਨੰਬਰ ਅੰਕ 'ਤੇ ਇਹ ਅੱਜ ਦਾ ਸਲੋਕ ਜਿਹੜਾ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈ, ਕਿਉਂਕਿ ਕਈ ਵੀਰ ਇੱਦਾਂ ਪੁੱਛਦੇ ਨੇ ਜੀ ਤੁਸੀਂ ਅੰਕ ਜ਼ਰੂਰ ਦੱਸਿਆ ਕਰੋ, ਇਹ ਕਿੰਨੇ ਅੰਕ 'ਤੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ। ਅਤੇ ਅਸੀਂ ਕੋਸ਼ਿਸ਼ ਕਰਦੇ ਨਾਲ ਸਕਰੀਨ 'ਤੇ ਵੀ ਨਾਲ ਅੰਕ ਆ ਜਾਏ, ਤਾਂ ਕਿ ਜਿਹਨਾਂ ਨੂੰ ਪੜ੍ਹਨ ਦਾ ਸ਼ੌਂਕ ਹੈ, ਸਿੱਖਣ ਦਾ ਸ਼ੌਂਕ ਹੈ, ਜਿਹੜੇ ਕੋਈ ਸਿੱਖਣਾ ਚਾਹੁੰਦੇ ਆ ਉਹ ਆਪ ਪੜ੍ਹਦੇ ਜਾਣ, ਸਿੱਖਦੇ ਜਾਣ, ਅਤੇ ਆਪਾਂ ਰਲ ਮਿਲ ਕੇ ਇਹਦੇ ਵਿੱਚੋਂ ਚੁੱਭੀਆਂ ਮਾਰ ਕੇ ਇਹ ਮੋਤੀ ਆਪਣੀ ਜ਼ਿੰਦਗੀ 'ਚ ਪਰੋਣ ਦਾ ਆਪਾਂ ਯਤਨ ਕਰਨਾ ਹੈ, ਤਾਂ ਕਿ ਜ਼ਿੰਦਗੀ ਸਾਡੀ ਵਧੀਆ ਬਣ ਸਕੇ। ਆਓ ਗੁਰਬਾਣੀ ਪੜ੍ਹ ਕੇ ਖੂਬਸੂਰਤ ਜ਼ਿੰਦਗੀ ਨੂੰ ਬਣਾਉਣ ਦਾ ਆਪਾਂ ਯਤਨ ਕਰੀਏ। ਸਾਰਿਆਂ ਦਾ ਧੰਨਵਾਦ ਜੀ। ਫਿਰ ਆਪਾਂ ਹੌਲੀ ਹੌਲੀ ਇੱਦਾਂ ਹੀ ਜਿਹੜੀ ਅੱਗੇ 4 ਨੰਬਰ ਪੌੜੀ ਹੈ ਉਹ ਅਤੇ ਉਹਦੇ ਨਾਲ ਜਿਹੜੇ ਸਲੋਕ ਨੇ ਉਹਨਾਂ ਦੀ ਵਿਚਾਰ ਇੱਦਾਂ ਕਰਾਂਗੇ। ਇੱਦਾਂ ਆਪਾਂ ਹੌਲੀ ਹੌਲੀ ਪੜਾਅ ਦਰ ਪੜਾਅ ਆਪਾਂ ਇੱਕ ਇੱਕ ਸਲੋਕ, ਇੱਕ ਇੱਕ ਪੌੜੀ ਤੁਹਾਡੇ ਨਾਲ ਸਾਂਝੀ ਕਰਦੇ ਜਾਵਾਂਗੇ। ਧੰਨਵਾਦ ਤੁਹਾਡਾ ਸਾਰਿਆਂ ਦਾ। ਤੁਸੀਂ ਵਕਤ ਕੱਢ ਕੇ, ਟਾਈਮ ਕੱਢ ਕੇ ਰੋਜ਼ ਪਰਿਵਾਰਾਂ ਸਮੇਤ ਆਪਣੇ ਘਰਾਂ ਵਿੱਚ ਬੈਠੇ ਸਰਵਣ ਕਰਦੇ ਹੋ। ਸੁਣੋ, ਸਮਝੋ, ਪੜ੍ਹੋ, ਵਿਚਾਰੋ, ਆਪ ਆਪਣੇ ਬੱਚਿਆਂ ਨਾਲ ਇਹ ਗੁਰਬਾਣੀ ਦੀ ਵਿਚਾਰ ਸਾਂਝੀ ਕਰੋ ਅਤੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਈਏ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।